ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਾਗਦ ਦੀਪ ਸਭੈ ਕਰਕੈ, ਹਰ ਸਾਤ ਸਮੁੰਦਰਨ ਕੀ ਮਸ ਕੈ ਹੋਂ। ਕਾਟ ਬਨਾਸਪਤੀ ਸਗਰੀ, ਲਿਖਬੇ ਹੂੰ ਕੇ ਲੇਖਨ ਕਾਜ ਬਨੈ ਹੋਂ। ਸਾਰ ਸੁਤੀ ਬਕਤਾ ਕਰਕੈ, ਜੁਗ ਕੋਟ ਗਣੇਸ਼ ਕੈ ਹਾਥ ਲਿਖੈ ਹੋਂ। ਕਾਲ ਕਿਰਪਾਨ ਬਿਨਾ ਬਿਨਤੀ, ਨਾ ਤਉ ਤੁਮ ਕੋ ਪ੍ਰਭ ਨੈਕ ਰਿਝੈ ਹੋਂ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਆਦਬ ਸਤਿਕਾਰ ਸਹਿਤ ਗੁਰ ਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਆਪਾਂ ਸਾਰਿਆਂ ਨੂੰ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ, ਤਿਨਾਂ ਦੇ ਪਵਿੱਤਰ ਜੀਵਨ ਦੀ ਵਿਚਾਰ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਮਹਾਂਪੁਰਖਾਂ ਦਾ ਪਾਵਨ ਜੀਵਨ ਆਪ ਜੀ ਲੜੀਵਾਰ ਸਰਵਣ ਕਰਦੇ ਆ ਰਹੇ ਹੋ। ਪਿਛਲੇ ਭਾਗ ਦੇ ਵਿੱਚ ਆਪ ਜੀ ਨੇ ਲਾਹੌਰ ਦੀਆਂ ਸੰਗਤਾਂ ਦੇ ਪ੍ਰੇਮ ਦੇ ਵਿੱਚ ਮਹਾਂਪੁਰਖਾਂ ਦਾ ਉੱਥੇ ਦੀਵਾਨ ਸਜਾਉਣੇ, ਸੰਗਤਾਂ ਨੂੰ ਗੁਰਮਤਿ ਦਾ ਉਪਦੇਸ਼ ਦੇਣਾ ਅਤੇ ਗੁਰ ਸ਼ਬਦ ਦੇ ਨਾਲ ਸੰਗਤਾਂ ਨੂੰ ਜੋੜਨ ਦਾ ਆਪ ਜੀ ਨੇ ਬਿਰਤਾਂਤ ਸਰਵਣ ਕੀਤਾ ਸੀ। ਜਦੋਂ ਮਹਾਂਪੁਰਖ ਚੌਥੀ ਵਾਰ ਲਾਹੌਰ ਦੀ ਸੰਗਤ ਨੂੰ ਦਰਸ਼ਨ ਦੇਣ ਵਾਸਤੇ ਅਤੇ ਗੁਰੂ ਚਰਨਾਂ ਨਾਲ ਜੋੜਨ ਵਾਸਤੇ ਪਹੁੰਚੇ, ਤਾਂ ਸ਼ਹਿਰ ਵਾਸੀ ਸੱਜਣ ਜੋ ਪਹਿਲੀ, ਦੂਜੀ ਤੇ ਤੀਜੀ ਵਾਰ ਆਇਆਂ ਦੇ ਦਰਸ਼ਨ ਕਰਕੇ ਕੀਰਤਨ ਸੁਣ ਕੇ ਪਿਆਸੇ ਪਪੀਹੇ ਦੀ ਤਰ੍ਹਾਂ ਇਸ ਅੰਮ੍ਰਿਤ ਬੂੰਦ ਨੂੰ ਤਰਸ ਰਹੇ ਸਨ। ਸਭ ਨੂੰ ਪਤਾ ਲੱਗ ਹੀ ਚੁੱਕਾ ਸੀ, ਉਹ ਹੁਮ ਹੁਮਾ ਕੇ ਦਰਸ਼ਨਾਂ ਨੂੰ ਆਏ। ਮਹਾਂਪੁਰਖਾਂ ਨੂੰ ਸ਼ਰਧਾ ਸਹਿਤ ਉਹਨਾਂ ਨੇ ਸਭ ਨੇ ਨਮਸਕਾਰਾਂ ਕੀਤੀਆਂ। ਆਪੋ ਆਪਣੇ ਇਲਾਕੇ ਦੀ ਖਿੱਚ ਕਰਕੇ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਕੀਰਤਨ ਕਰਵਾਉਣ ਅਤੇ ਘਰਾਂ ਵਿੱਚ ਚਰਨ ਪਵਾਉਣ ਵਾਸਤੇ ਬੇਨਤੀਆਂ ਕੀਤੀਆਂ। ਤਾਂ ਸੰਤ ਜੀ ਮਹਾਰਾਜ ਨੇ ਕਿਹਾ ਕਿ ਪ੍ਰੇਮੀਓ, ਤੁਸੀਂ ਸਾਰੇ ਹੀ ਆਪਸ ਵਿੱਚ ਸਲਾਹ ਕਰਕੇ ਦੀਵਾਨ ਵਾਸਤੇ ਇੱਕੋ ਹੀ ਜਗ੍ਹਾ ਨੀਅਤ ਕਰ ਲਵੋ। ਜਿਤਨੇ ਦਿਨ ਠਹਿਰਾਂਗੇ ਇੱਕੋ ਥਾਂ ਕੀਰਤਨ ਹੁੰਦਾ ਰਹੇਗਾ। ਪਰ ਮੁਖੀ ਸੱਜਣਾ ਨੇ ਫਿਰ ਅਰਜ਼ ਕੀਤੀ, ਗਰੀਬ ਨਵਾਜ ਜੀ, ਦੂਰ ਵਸਣ ਵਾਲੇ ਬਹੁਤ ਪ੍ਰੇਮੀ ਆ ਨਹੀਂ ਸਕਦੇ। ਆਓ ਉਹ ਮੁਲਕ ਬਚਨਾਂ ਅਤੇ ਦਰਸ਼ਨਾਂ ਤੋਂ ਵਾਂਝੇ ਰਹਿ ਜਾਂਦੇ ਹਨ। ਸੋ ਆਪ ਜੀ ਸਾਰਿਆਂ ਤੇ ਕਿਰਪਾ ਕਰਕੇ ਸਮਾਂ ਵੰਡ ਕੇ ਬਖਸ਼ ਦੇਵੋ। ਅਜੇ ਇਹ ਵਿਚਾਰਾਂ ਹੋ ਹੀ ਰਹੀਆਂ ਸਨ ਕਿ ਇਤਨੇ ਨੂੰ ਕਈ ਇਤਿਹਾਸਕ ਗੁਰਦੁਆਰੇ ਸਾਹਿਬਾਂ ਦੇ ਹੈੱਡ ਗ੍ਰੰਥੀ ਅਤੇ ਪ੍ਰਬੰਧਕ ਆਣ ਪੁੱਜੇ। ਸਭਨਾਂ ਨੇ ਨਮਸਕਾਰਾਂ ਕਰਕੇ ਬੇਨਤੀਆਂ ਕੀਤੀਆਂ ਕਿ ਮਹਾਰਾਜ ਆਪ ਉਸ ਗੁਰਦੁਆਰੇ ਤਾਂ ਕੀਰਤਨ ਜ਼ਰੂਰ ਕਰੋ। ਦੂਜਾ ਕਹਿੰਦਾ, ਮਹਾਰਾਜ ਫਲਾਣੇ ਗੁਰਦੁਆਰੇ ਬਹੁਤ ਸੰਗਤ ਜੁੜਦੀ ਹੈ, ਉਸ ਜਗ੍ਹਾ ਦਰਸ਼ਨ ਦੇਵੋ। ਤਾਂ ਸੰਤ ਜੀ ਮਹਾਰਾਜ ਨੇ ਸਾਰੇ ਗੁਰੂ ਪਿਆਰਿਆਂ ਦਾ ਸਤਿਕਾਰ ਕੀਤਾ ਅਤੇ ਕਿਹਾ, ਪ੍ਰੇਮੀਓ, ਇਹ ਸਰੀਰ ਤਾਂ ਹੈ ਹੀ ਸੰਗਤਾਂ ਦਾ। ਨਿਰੰਕਾਰ ਦੀ ਪ੍ਰੇਰਨਾ ਅਨੁਸਾਰ ਜਿਵੇਂ ਸੰਗਤ ਦਾ ਹੁਕਮ ਹੋਵੇ ਅਸੀਂ ਉਸੇ ਤਰ੍ਹਾਂ ਮੰਨਣ ਨੂੰ ਤਿਆਰ ਹਾਂ। ਪਰ ਜੇਕਰ ਇੱਕ ਜਗ੍ਹਾ ਕੀਰਤਨ ਹੋ ਜਾਵੇ, ਦੂਜੀ ਜਗ੍ਹਾ ਨਾ ਜਾਈਏ, ਇਹ ਠੀਕ ਨਹੀਂ ਹੈ। ਜੇ ਤੁਹਾਡੇ ਮਨ ਦੀ ਇਹੋ ਹੀ ਭਾਵਨਾ ਹੈ ਕਿ ਗੁਰੂ ਨਾਨਕ ਦੀ ਬਾਣੀ ਦਾ ਪ੍ਰਚਾਰ ਜਿਹੜਾ ਵਿਚਰ ਕੇ ਕੀਤਾ ਜਾਵੇ, ਤਾਂ ਫਿਰ ਸਾਰੇ ਹੀ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਕੇ, ਕੀਰਤਨ ਦੁਆਰਾ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪ੍ਰਸੰਨਤਾ ਹਾਸਲ ਕਰੀਏ।
ਇਸ ਤਰ੍ਹਾਂ ਫਿਰ ਸਾਰੇ ਇਤਿਹਾਸਕ ਸਥਾਨਾਂ 'ਤੇ ਇੱਕੋ ਜਿਹਾ ਸਮਾਂ ਵੰਡ ਦਿੱਤਾ ਅਤੇ ਸਾਰੇ ਗੁਰਦੁਆਰਿਆਂ ਦੇ ਵਿੱਚ ਕੀਰਤਨ ਹੁੰਦਾ ਰਿਹਾ। ਜਿਵੇਂ ਕਿ ਭਾਈ ਤਾਰੂ ਸਿੰਘ ਜੀ ਸ਼ਹੀਦ ਦਾ ਗੁਰਦੁਆਰਾ ਸ਼ਹੀਦਗੰਜ ਵੱਡੇ ਰੇਲਵੇ ਸਟੇਸ਼ਨ ਦੇ ਨਜ਼ਦੀਕ, ਚੂਨਾ ਮੰਡੀ ਜਨਮ ਸਥਾਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਗੁਰਦੁਆਰਾ ਸਿੰਘ ਸਭਾ ਰਾਮਗੜ੍ਹ ਮੁਗਲਪੁਰਾ, ਗੁਰਦੁਆਰਾ ਸਿੰਘ ਸਭਾ ਭਾਰਤ ਨਗਰ ਭਗਵਾਨਪੁਰਾ, ਗੁਰਦੁਆਰਾ ਭਾਈ ਮਨੀ ਸਿੰਘ ਜੀ ਸ਼ਹੀਦ, ਗੁਰਦੁਆਰਾ ਸ੍ਰੀ ਡੇਰਾ ਸਾਹਿਬ, ਗੁਰਦੁਆਰਾ ਬਾਬਾ ਖੁਦਾ ਸਿੰਘ ਜੀ, ਗੁਰਦੁਆਰਾ ਰਾਮਗੜ੍ਹ ਸ਼ਹੀਦਗੰਜ ਸਿੰਘਣੀਆਂ, ਰੇਲਵੇ ਕੁਆਟਰ ਮੁਗਲਪੁਰਾ, ਭਾਰਤ ਨਗਰ ਸਦਰ ਬਾਜ਼ਾਰ ਇਤਿਆਦਿਕ ਹੋਰ ਵੀ ਗੁਰ ਸਥਾਨਾਂ 'ਤੇ ਕੀਰਤਨ ਕੀਤਾ। ਅੰਮ੍ਰਿਤ ਪ੍ਰਚਾਰ ਹੋਇਆ। ਗੁਰੂ ਪਿਆਰਿਆਂ ਦੀ ਕੁਰਬਾਨੀ ਦੇ ਪਾਵਨ ਇਤਿਹਾਸ ਮਹਾਂਪੁਰਖਾਂ ਨੇ ਸੁਣਾਏ ਕਿ ਕਿਵੇਂ ਭਾਈ ਤਾਰੂ ਸਿੰਘ ਜੀ ਸੀਸ ਤੋਂ ਖੋਪਰੀ ਲੁਹਾ ਕੇ 22 ਦਿਨ ਸਮਾਧੀ ਵਿੱਚ ਸਥਿਤ ਰਹੇ। ਜ਼ਾਲਮ ਸੂਬੇ ਨੂੰ ਜੁੱਤੀਆਂ ਦੀ ਮਾਰ ਨਾਲ ਅੱਗੇ ਪਰਲੋਕ ਨੂੰ ਪਹੁੰਚਾਇਆ। ਸ਼ਹੀਦਾਂ ਦੇ ਡੁੱਲੇ ਹੋਏ ਪਾਵਨ ਖੂਨ ਅਤੇ ਮਰਜੀਵੜੇ ਕੌਮੀ ਪਰਵਾਨਿਆਂ ਦੇ ਸਿਦਕਾਂ ਦਾ ਕਿਸੇ ਕਵੀ ਨੇ ਇਉਂ ਵੀ ਜ਼ਿਕਰ ਕੀਤਾ ਹੈ, ਜਾਂ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲਹਿੰਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ। ਕੋਈ ਦੇਗਾਂ ਦੇ ਵਿੱਚ ਉਬਲੇ ਜਾਂ ਸ਼ਾਂਤੀ ਦੇ ਸੋਮੇ ਵਗ ਪੈਂਦੇ, ਜਾਂ ਚਰਬੀ ਢਲੇ ਸ਼ਹੀਦਾਂ ਦੀ ਆਸਾਂ ਦੇ ਦੀਵੇ ਜਗ ਪੈਂਦੇ, ਜਾਂ ਟੁੱਟਦੇ ਤਾਰੇ ਅੱਖੀਆਂ ਦੇ ਰੂਹਾਂ ਵਿੱਚ ਚਾਨਣ ਹੋ ਜਾਵੇ, ਉਸਰੇ ਜਾਂ ਕੰਧ ਮਾਸੂਮਾਂ ਦੀ ਢੱਠੀ ਹੋਈ ਕੌਮ ਖਲੋ ਜਾਵੇ। ਸਿੱਖ ਬੱਚੀਆਂ ਨੇ ਜਿਗਰ ਦੇ ਟੁਕੜੇ ਟੁਕੜੇ ਕਰਵਾ ਕੇ ਸਿੱਖੀ ਧਰਮ ਨੂੰ ਕਾਇਮ ਰੱਖਿਆ। ਜਿੱਥੇ ਸ਼ੀਰਖੋਰ ਮਾਸੂਮ ਬੱਚਿਆਂ ਨੂੰ ਨੇਜਿਆਂ 'ਤੇ ਟੰਗ ਕੇ ਮਾਰਿਆ ਤੇ ਤਿਸ ਖੂਨ ਰੰਗੀ ਸ਼ਹੀਦਾਂ ਦੀ ਧਰਤੀ ਵਿੱਚੋਂ ਆਵਾਜ਼ ਆਉਂਦੀ ਹੈ, ਮਾਰ ਸਕਦੀ ਇਸ ਨੂੰ ਮੌਤ ਵੀ ਨਹੀਂ, ਸਗੋਂ ਤੇਗਾਂ ਦੇ ਹੇਠ ਇਹ ਪਲਦਾ ਏ, ਫਲ ਲੱਗਦੇ ਮਨੀ ਸਿੰਘ ਦੀਪ ਸਿੰਘ ਜਿਹੇ, ਬੂਟਾ ਜਦੋਂ ਕੁਰਬਾਨੀ ਦਾ ਫਲਦਾ ਏ। ਸੋ ਇਸ ਪ੍ਰਕਾਰ ਹਜ਼ੂਰ ਦੇ ਦੀਦਾਰ ਕਰਕੇ ਤੇ ਉਪਦੇਸ਼ ਸੁਣ ਕੇ ਹੋਰ ਵੀ ਬਹੁਤ ਸਾਰੇ ਪ੍ਰੇਮੀ ਸ਼ਰਧਾਲੂ ਬਣੇ। ਕਿੰਨਿਆਂ ਦੀਆਂ ਆਸਾਂ ਪੂਰੀਆਂ ਹੋਈਆਂ। ਇਸ ਤਰ੍ਹਾਂ ਦੇ ਨਾਲ ਬਹੁਤ ਸੰਗਤ ਮਹਾਂਪੁਰਖਾਂ ਨਾਲ ਪ੍ਰੇਮ ਕਰਦੀ ਹੈ। ਇੱਕ ਸਰਦਾਰ ਜਗੀਰ ਸਿੰਘ ਰਾਮਗੜੀਆ, ਜੋ ਹੁਸ਼ਿਆਰਪੁਰ ਜ਼ਿਲ੍ਹੇ 'ਚੋਂ ਡਾਂਡੀਆਂ ਪਿੰਡ ਦਾ ਵਸਨੀਕ ਸੀ, ਇੱਥੇ ਰਾਮਗੜ੍ਹ ਮੁਹੱਲੇ ਰਿਹਾਇਸ਼ ਰੱਖੀ ਹੋਈ ਸੀ। ਤੋਪਖਾਨੇ ਦੀ ਵਰਕਸ਼ਾਪ ਦੇ ਵਿੱਚ ਗਨ ਮਸ਼ੀਨਾਂ ਦਾ ਮਿਸਤਰੀ ਸੀ। ਇਹ ਵੀ ਸੰਤ ਜੀ ਮਹਾਰਾਜ ਦੇ ਪਾਸੋਂ ਨਾਮਦਾਨ ਦੀ ਦਾਤ ਪ੍ਰਾਪਤ ਕਰਕੇ ਨਿਹਾਲ ਹੋਇਆ ਸੀ। ਇਸ ਦੇ ਘਰੋਂ ਜੋ ਮਾਤਾ ਪ੍ਰੀਤਮ ਕੌਰ, ਇਹ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਬਰਨਾਲੇ ਕੋਲ ਗੁਮਟੀ ਪਿੰਡ ਦੇ ਸਿੱਖ ਘਰਾਣੇ ਦੀ ਲੜਕੀ ਸੀ। ਇਸ ਦੇ ਸੰਸਕਾਰ ਪਿਛਲੇ ਬੜੇ ਪ੍ਰਬਲ ਸਨ। ਹਜ਼ੂਰ ਦਾ ਕੀਰਤਨ ਸੁਣ ਕੇ ਦੇਸ਼ ਕਾਲ ਭੁੱਲ ਗਿਆ। ਇਹੋ ਜਿਹੀ ਮਸਤੀ ਚੜ੍ਹੀ ਕਿ ਜੋ ਸਰੀਰ ਦੀ ਸੁੱਧ ਬੁੱਧ ਹੀ ਨਾ ਰਹੀ। ਸੋ ਕੀਰਤਨ ਸਮੇਂ ਹੀ ਇਸ ਨੂੰ ਇਸ ਤਰ੍ਹਾਂ ਹੋਇਆ ਕਰੇ ਵੀ ਵੇਖਣ ਵਾਲੇ ਲੋਕ ਇਸ ਨੂੰ ਮਸਤਾਨੀ ਕਹਿਣ ਲੱਗੇ। ਕੋਈ ਆਖੈ ਭੂਤਨਾ, ਕੋ ਕਹੈ ਬਿਤਾਲਾ। ਦੁਨੀਆ ਨਾਲ ਇਸ ਨੂੰ ਕੀ ਵਾਸਤਾ ਹੈ? ਦੁਨੀਆ ਦੇ ਹਿਸਾਬ ਦੇ ਨਾਲ ਰੱਬ ਦੇ ਪਿਆਰੇ ਜਦੋਂ ਉਸ ਖੁਮਾਰੀ ਵਿੱਚ ਜਾਂਦੇ ਹਨ, ਦੁਨੀਆ ਉਹਨਾਂ ਨੂੰ ਪਾਗਲ ਹੀ ਕਹਿੰਦੀ ਹੈ। ਬਸ ਇੱਕੋ ਹੀ ਰੱਟ ਲਾਈ ਜਾਇਆ ਕਰੇ, ਤੇਰੇ ਨਾਮ ਤੋਂ ਬਿਨਾਂ ਹੋਰ ਮੰਗਣਾ ਕੀ। ਘਰ ਵਾਲੇ ਨੇ ਬੜਾ ਸਮਝਾਇਆ, ਰਿਸ਼ਤੇਦਾਰਾਂ ਨੇ ਵਰਜਿਆ, ਪਰ ਜਿਸ ਨੂੰ ਇਹ ਅਵਸਥਾ ਪ੍ਰਾਪਤ ਹੋ ਜਾਵੇ ਉਹ ਕਾਹਨੂੰ ਦੁਨੀਆ ਦੀ ਪਰਵਾਹ ਕਰਦਾ ਹੈ।
इसने तो सारे रिश्ते तोड़ के बस एक नाल ही रिश्ता गंढ लिया। हुण इन्हां गल्लां नाल उसनूं कोई वास्ता नहीं। ये भजन दे विच जुड़ी रहा करे। घर वाले ने पहलां पहलां तो बहुत समझाया, पर फिर उसने होर शादी करवा ली ते इसनूं घर दे विच वखरी जगह दे दित्ती। ये सिमरन दा धन इकट्ठा करन लगी, संगत दी सेवा करया करे। राड़ा साहब भी दर्शनां नूं आ जाया करदी सी। संगत वल्लों इसनूं तिल फुल भेटा हुंदा, वो गुरु के लंगर विच पा जांदी। जिस वेले 1947 की तब्दीली हुई, मुड़ वसाऊ महकमे के अफसर ने लाहौर के मकान का क्लेम दे के इसनूं ढोलेवाल चौंक लुधियाने जगह अलाट करवा दी। पर इसनूं इस नाल की मतलब सी? अखीर नूं वो जगह वेच के गुरुद्वारा राड़ा साहब नहर वाले पासे बजुर्गों वास्ते ने रहायश वास्ते बड़ा हाल कमरा बनवा दिता ते लंगर दे बर्तन साफ करके झाड़ू दे के भजन सिमरन द्वारा अपना समा सफल करती रही। सो इस तरह दे नाल इसका प्रेम बहुत ज़्यादा परमेश्वर के नाम दे नाल ही पिया। जिवें बसंत रुत विच सारी बनस्पति ते फुलवाड़ी महकदी है, पर बावन चंदन की खुशबू दूर दूर तक होर बिरछां दे बूटियां नूं भी चंदन बना दिंदी है। इसे तरह संत महाराज जी की कीर्ति भी केवल इक्को थां जां थोड़े इलाके दे विच सीमित ना रही, बल्कि भारत के कोने कोने विच फैल गई। आप जी का जस सुन के होर महापुरुषां की तरह तपदी अते त्याग की मूर्ति, कठन ततिक्षा का नमूना, पूਰਨ विरक्त बीतराग साधु धन धन बाबा नंद सिंह जी महाराज नानकसर कलेरां वाले 1938 ईस्वी विच संगतां समेत करमसर राड़ा साहिब आए। उस समय सावण का महीना होण करके गर्मी का मौसम सी। इन्हां महापुरखां दे कोल 2 गड्डियां सन। एक विच आप अते खास मुखी सेवादार, दूसरी विच लोड़ींदा समान रागी जथा ते उन्हां दे वजाउण वाले साज रखे हुंदे। शाम के टाइम स्थान तो बाहर नहर के कंढे गड्डियां रोक लईआं। उपरंत स्थान की यात्रा के लिए अंदर पुजे, गुरु दरबार नूं नमस्कार कीती। महापुरुषां नूं जदों पता लग्या तां हजूर बाबा ईशर सिंह जी महाराज आप चल के आए। बहुत भावना दे नाल परस्पर नमस्कारां कीतियां। तरकालदर्शी महापुरुष बाबा नंद सिंह जी ने संत जी महाराज दे मस्तक ते जगदी हुई जोत तकी। रब्बी कारकां वाले चिन्ह वेख के गुरबाणी की आ पंक्ति उन्होंने अपने मुख तो बोली, आवो भैणे गल मिल है अंक सहेलड़ियाँ, मिल कै करह कहानियाँ समरथ कंत कियाँ। ते बाबा नंद सिंह जी ने ये तुक पढ़ के संत महाराज नूं घुट के जफ्फी पा ली। संत जी महाराज ने अस्थान के अंदर रहायश करने वास्ते बेनती की तां बाबा नंद सिंह जी बोले, महापुरुषो असीं तां निवृत्ति दे विच रहण वाले विरक्त साधु हाँ ते तुसीं राजे जनक वांग पूਰਨ महापुरुष राजे जोगी हो। साडा तां बाहर एकांत स्थान विच ठहर के मन प्रसन्न रहिंदा है। हुण तां गंगा गोदावरी वांग नहर ते ही डेरा रख लिया है। हजूर कहण लगे, महाराज आप जी तो सदा ही एकांत वासी हो, क्योंकि गुरबाणी का फरमान है, सो एकांती जिस हृदा थाए। जिहदा अंदर टिकिया होया है वो सदा ही एकांत विच वसदा है। बाबा नंद सिंह जी बोले,
ਆਪ ਜੀ ਦਾ ਕਹਿਣਾ ਠੀਕ ਹੈ, ਪਰ ਸਾਨੂੰ ਨੀਲੀ ਛੱਤ ਹੇਠਾਂ ਬਾਹਰ ਖੁੱਲ੍ਹੀ ਜਗ੍ਹਾ ਚੰਗੀ ਲੱਗਦੀ ਹੈ। ਆਪ ਜੀ ਸਾਨੂੰ ਪ੍ਰਸੰਨਤਾ ਦੇ ਨਾਲ ਪ੍ਰਵਾਨਗੀ ਦਿਓ। ਸੋ ਜਦ ਨਹਿਰ ਦੇ ਕੰਢੇ ਬੰਦਗੀ ਵਾਲਾ ਇਕਾਂਤ ਸਥਾਨ ਕੱਖਾਂ ਕਾਨਿਆਂ ਦੀ ਕੁੱਲੀ ਵਿੱਚ ਰਹਿائش ਰੱਖ ਕੇ ਸਾਧੂਆਂ ਦੇ ਭਜਨ ਸਿਮਰਨ ਦੇ ਨਾਲ ਸ਼ੁੱਧ ਸੀਤਲ ਹੋਏ ਹਿਰਦੇ ਬਾਬਾ ਨੰਦ ਸਿੰਘ ਜੀ ਨੇ ਦੇਖੇ ਤਾਂ ਮਹਾਂਪੁਰਸ਼ਾਂ ਨੇ ਬਹੁਤ ਪ੍ਰਸੰਨਤਾ ਦੇ ਬਚਨ ਕੀਤੇ। ਸਕੂਨੇ ਕਲਬ ਅਕਸਰ ਮੈਨੇ ਝੋਂਪੜੋਂ में पाया है, मिलता है बहुत कम यह ईवानों की दुनिया में। हजूर मुस्कुरा के बोले, महाराज जी आप ਤਾਂ मालक हो, ਪ੍ਰਵਾਨਗੀ ਤੁਹਾਡੇ ਵਰਗੇ ਬਜ਼ੁਰਗਾਂ ਤੋਂ ਅਸੀਂ ਲੈਣੀ ਹੈ। ਬੜੀ ਕਿਰਪਾ ਕੀਤੀ ਜੋ ਜੰਗਮ ਤੀਰਥ ਨੇ ਆਪ ਚੱਲ ਕੇ ਦਰਸ਼ਨ ਬਖਸ਼ੇ ਹਨ। ਉਸ ਸਮੇਂ ਬਾਬਾ ਨੰਦ ਸਿੰਘ ਜੀ ਦੇ ਵਾਸਤੇ ਪਲੰਘ ਬਿਸਤਰਾ ਤੇ ਨਾਲ ਦੀ ਸੰਗਤ ਵਾਸਤੇ ਵੀ ਫਰਸ਼ ਚਾਦਰਾਂ ਹੋਰ ਵਸਤਰ ਮਹਾਂਪੁਰਖਾਂ ਨੇ ਭੇਜੇ। ਸੰਗਤ ਸਮੇਤ ਮਿਸ਼ਰੀ ਪਾ ਕੇ ਬਦਾਮ ਘੋਟ ਕੇ ਸ਼ਰਦਾਈ ਛਕਾਈ ਔਰ ਸ਼ਾਮ ਨੂੰ ਪ੍ਰੇਮ ਨਾਲ ਗੁਰੂ ਕੇ ਲੰਗਰੋਂ ਪ੍ਰਸ਼ਾਦਾ ਛਕਾਇਆ। ਉਪਰੰਤ ਗੁਰੂ ਦਰਬਾਰ ਵਿੱਚ ਜਿੱਥੇ ਕਿ ਨਿਤਾ ਪ੍ਰਤੀ ਗੁਰਬਾਣੀ ਦਾ ਕੀਰਤਨ ਤੇ ਗੁਰ ਇਤਿਹਾਸ ਦੀ ਕਥਾ ਹੁੰਦੀ ਹੈ, ਆਪ ਬਾਬਾ ਨੰਦ ਸਿੰਘ ਜੀ ਉਸ ਜਗ੍ਹਾ ਗੁਰੂ ਮਹਾਰਾਜ ਦੇ ਸਾਹਮਣੇ ਸਮਾਧੀ ਲੀਨ ਹੋ ਗਏ। 10 ਵਜੇ ਅਰਦਾਸ ਉਪਰੰਤ ਫਿਰ ਬਾਹਰ ਹੀ ਆ ਗਏ। ਅੰਮ੍ਰਿਤ ਵੇਲੇ ਸਾਵਧਾਨ ਹੋਏ ਅਤੇ ਨਹਿਰ ਵਿੱਚ ਹੀ ਇਸ਼ਨਾਨ ਕਰਕੇ ਫਿਰ ਸਮਾਧੀ ਵਿੱਚ ਜੁੜ ਗਏ। ਇੱਧਰੋਂ ਰੋਜ਼ ਦੇ ਨਿਯਮ ਅਨੁਸਾਰ 2 ਵਜੇ ਘੰਟੀ ਵੱਜੀ। ਸਾਰੀ ਸੰਗਤ ਨੇ ਇਸ਼ਨਾਨ ਕੀਤਾ ਤੇ ਸਿਮਰਨ ਦੇ ਵਿੱਚ ਤਤਪਰ ਹੋ ਗਏ। ਸਵੇਰੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋਇਆ, ਜਿਸ ਦੀ ਅੱਜ ਸਵਖਤੇ ਹੀ ਸਮਾਪਤੀ ਕਰ ਦਿੱਤੀ। ਇੱਥੋਂ ਆਪ ਨਹਿਰ ਤੇ ਆ ਗਏ, ਜਿੱਥੇ ਬਾਬਾ ਨੰਦ ਸਿੰਘ ਜੀ ਆਪਣੀ ਮਰਜ਼ਾਦਾ ਅਨੁਸਾਰ ਬਾਹਰ ਹੀ ਕੀਰਤਨ ਆਰੰਭ ਕਰੀ ਬੈਠੇ ਸਨ। ਆਪ ਸੰਤ ਜੀ ਮਹਾਰਾਜ ਸੰਗਤ ਸਮੇਤ ਕੀਰਤਨ ਵਿੱਚ ਜੁੜ ਕੇ ਬੈਠੇ। ਬਾਬਾ ਨੰਦ ਸਿੰਘ ਜੀ ਨੇ ਆਖਿਆ, ਆਪ ਜੀ ਪਾਸੋਂ ਵੀ ਕੀਰਤਨ ਸੁਣਨਾ ਹੈ। ਤਾਂ ਬਾਬਾ ਜੀ ਨੇ ਆਪ ਕੀਰਤਨ ਕੀਤਾ। ਫਿਰ ਦਿਨ ਚੜ੍ਹੇ ਭੋਗ ਪਿਆ। ਸਭਨਾਂ ਨੇ ਗੁਰੂ ਕੇ ਲੰਗਰੋਂ ਜਲ ਪਾਣੀ ਛਕਿਆ। ਸੰਤ ਬਾਬਾ ਨੰਦ ਸਿੰਘ ਜੀ ਦੇ ਨਾਲ ਆਏ ਸਿੰਘਾਂ ਨੇ ਬੇਨਤੀ ਕੀਤੀ ਕਿ ਮਹਾਰਾਜ, ਮਨ ਦੀ ਇਕਾਗਰਤਾ ਕਿਵੇਂ ਹੁੰਦੀ ਹੈ? ਕਥਾ ਕੀਰਤਨ ਸਮੇਂ ਤਾਂ ਇਹ ਟਿਕਦਾ ਹੀ ਨਹੀਂ ਹੈ। ਹਜੂਰ ਕਹਿਣ ਲੱਗੇ, ਤੁਸੀਂ ਸਰਵਣ ਮੰਨਣ ਆਦਿਕ ਸਾਧਨ ਕਰਿਆ ਕਰੋ। ਇਹ ਤਿੰਨੇ ਸਾਧਨ ਜਦੋਂ ਪਰਪੱਕ ਹੋ ਜਾਣਗੇ ਤਦ ਫਿਰ ਕਥਾ ਕੀਰਤਨ ਆਪੇ ਅੰਦਰ ਟਿਕ ਜਾਇਆ ਕਰੇਗਾ। ਸਰਵਣ ਕਰਨਾ ਵੀ 2 ਪ੍ਰਕਾਰ ਦਾ ਹੈ। ਪਹਿਲਾ ਹੈ ਸੰਗਤ ਵਿੱਚ ਬੈਠ ਕੇ ਸੁਣਦਾ ਹੈ, ਪਰ ਮਨ ਜਿਹੜਾ ਹੈ 10 ਦਿਸ਼ਾਂ ਵਿੱਚ ਦੌੜਦਾ ਹੈ। ਉਸ ਵੇਲੇ ਕੀ ਬਚਨ ਹੋ ਰਿਹਾ ਕੋਈ ਪਤਾ ਨਹੀਂ ਲੱਗਦਾ। ਇਹ ਸਰਵਣ ਦਾ ਪੁੰਨ ਬਹੁਤ ਥੋੜ੍ਹਾ ਹੈ। ਸੋ ਇਸ ਤਰ੍ਹਾਂ ਦੇ ਨਾਲ ਦੂਜਾ ਹੈ ਜੋ ਇਕਾਗਰਤਾ ਨਾਲ ਸੁਣਨਾ ਹੈ। ਇਕਾਗਰਤਾ ਦੇ ਨਾਲ ਜਿਵੇਂ ਚੁੱਲ੍ਹੇ ਵਿੱਚ ਅੱਗ ਬਲਦੀ ਹੈ, ਉਹ ਸਾਰੇ ਕੰਮਾਂ ਨੂੰ ਸਵਾਰਦੀ ਹੈ, ਪਰ ਜੇ ਉਸ ਉੱਤੇ ਗੜਵੀ ਪਾਣੀ ਦੀ ਪੈ ਜਾਏ ਤਾਂ ਝੱਟ ਬੁਝ ਜਾਂਦੀ ਹੈ। ਤੈਸੇ ਹੀ ਘਰ ਦੇ ਕੰਮ ਪੈ ਜਾਣ, ਹੋਰ ਪਾਸੇ ਬਿਰਤੀ ਚਲੀ ਜਾਵੇ ਤਾਂ ਨਾਮ ਭੁੱਲ ਜਾਂਦਾ ਹੈ। ਫਿਰ ਜੋ ਮੰਨਣ ਕਰਨਾ ਹੈ ਉਹ ਬਿਜਲੀ ਦੀ ਅੱਗ ਦੀ ਤਰ੍ਹਾਂ ਹੈ। ਉਹ ਬੇਅੰਤ ਪਾਣੀਆਂ ਦੇ ਵਿੱਚ ਰਹਿੰਦੀ ਹੈ, ਨਾ ਤੇਜ਼ਹਾਨ ਹੁੰਦਾ ਹੈ ਨਾ ਬੁਝਦੀ ਹੈ। ਇਸੇ ਤਰ੍ਹਾਂ ਜੋ ਸੁਣ ਕੇ ਵਿਚਾਰ ਧਾਰਨ ਕਰਦਾ ਹੈ ਉਹ ਕੰਮਾਂ ਕਾਜਾਂ ਦੇ ਵਿੱਚ ਵੀ ਨਹੀਂ ਵਿਸਾਰਦਾ। ਹਰ ਸਮੇਂ ਉਸ ਦਾ ਸਿਮਰਨ ਜਾਰੀ ਰਹਿੰਦਾ ਹੈ। ਜੋ ਸੁਣ ਕੇ ਵਿਚਾਰ ਕੇ ਕਮਾਈ ਦੁਆਰਾ ਨਿਸ਼ਠਾ ਵਿੱਚ ਆਉਂਦਾ ਹੈ, ਇਹ ਸਮੁੰਦਰ ਦੀ ਬੜਵਾ ਨਾਲ ਅਗਨੀ ਦੀ ਤਰ੍ਹਾਂ ਹੈ। ਜਿਵੇਂ ਉਹ ਲੱਖਾਂ ਮਣਾ ਪਾਣੀ ਵਿੱਚ ਰਹਿੰਦੀ ਹੋਈ ਵੀ ਬੁਝਦੀ ਨਹੀਂ ਹੈ, ਬਲਕਿ ਪਾਣੀਆਂ ਨੂੰ ਸਾੜਦੀ ਹੈ। ਇਸੇ ਹੀ ਤਰ੍ਹਾਂ ਇਹ ਵੀ ਪਾਪਾਂ ਰੂਪੀ ਜਲ ਨੂੰ ਸਾੜਦੀ ਹੈ। ਇਸੇ ਪ੍ਰਕਾਰ ਅੱਗੇ ਹੋਰ ਅਭਿਆਸ ਕਰਕੇ
ਜਿਸ ਦੇ ਅੰਦਰ ਸਾਖਿਆਤ ਹੋ ਗਿਆ, ਉਸਨੇ ਆਕਾਸ਼ਵਤ ਸਾਰੇ ਹੀ ਬ੍ਰਹਮ ਨੂੰ ਵਿਆਪਕ ਨਿਸ਼ਚੈ ਕਰ ਲਿਆ। ਉਹ ਜੀਵਨ ਮੁਕਤ ਹੋ ਕੇ ਵਿਚਰਦੇ ਹਨ। ਉਸ ਦੇ ਜਨਮ ਮਰਨ ਦੇ ਸਾਰੇ ਦੁੱਖ ਮਿਟ ਜਾਂਦੇ ਹਨ। ਜਿਵੇਂ ਪਰਲੇ ਕਾਲ ਦੀ ਅੱਗ ਸਭ ਕੁਝ ਭਸਮ ਕਰਕੇ ਕੇਵਲ ਆਪ ਹੀ ਬਾਕੀ ਰਹਿ ਜਾਂਦੀ ਹੈ, ਇਸੇ ਤਰ੍ਹਾਂ ਉਹਨਾਂ ਦੀ ਵੀ ਬ੍ਰਹਮ ਰੂਪ ਵਿੱਚ ਏਕਤਾ ਹੋ ਜਾਂਦੀ ਹੈ। ਇਤਨੇ ਨੂੰ ਆਲੇ ਦੁਆਲੇ ਪਿੰਡਾਂ ਦੀ ਸੰਗਤ ਵੀ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਿਆ ਇਕੱਠੀ ਹੋ ਗਈ। ਸੰਤ ਜੀ ਮਹਾਰਾਜ ਨੇ 1-2 ਦਿਨ ਹੋਰ ਠਹਿਰਨ ਵਾਸਤੇ ਬੇਨਤੀ ਕੀਤੀ, ਪਰ ਬਾਬਾ ਆਨੰਦ ਸਿੰਘ ਜੀ ਨੇ ਬਚਨ ਕੀਤਾ ਕਿ ਅਸੀਂ ਅੱਗੇ ਜ਼ਰੂਰੀ ਕਿਤੇ ਪੁੱਜਣਾ ਹੈ, ਹੁਣ ਸਾਨੂੰ ਖੁਸ਼ੇ ਬਖਸ਼ੋ। ਤੁਰਨ ਸਮੇਂ ਦੋਹਾਂ ਮਹਾਂਪੁਰਖਾਂ ਨੇ ਇੱਕ ਦੂਜੇ ਨੂੰ ਪਰਸਪਰ ਨਮਸਕਾਰਾਂ ਕੀਤੀਆਂ। ਸੰਗਤਾਂ ਨੇ ਮੱਥਾ ਟੇਕਿਆ। ਉਸ ਸਮੇਂ ਆਪ ਜੀ ਨੇ ਸਾਰੀ ਸੰਗਤ ਨੂੰ ਇੱਕੋ ਹੀ ਬਚਨ ਸਾਂਝਾ ਕੀਤਾ, ਜੋ ਸ਼ਰਧਾਲੂ ਹਿਰਦਿਆਂ ਤੇ ਦ੍ਰਿੜ ਹੋ ਕੇ ਪੱਥਰ ਦੀ ਲੀਕ ਵਾਂਗ ਉਕਰ ਗਿਆ। ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ, ਭਾਗਾਂ ਵਾਲੀ ਸੰਗਤੇ, ਤੁਹਾਡੇ ਇਲਾਕੇ ਤੇ ਗੁਰੂ ਨਾਨਕ ਨੇ ਮਹਾਨ ਕਿਰਪਾ ਕੀਤੀ ਹੈ, ਜਿਸ ਕਰਕੇ ਹਰ ਸਮੇਂ ਮਹਿਕ ਦੇਣ ਵਾਲਾ ਇਹ ਚੰਬੇ ਦਾ ਬੂਟਾ ਲੱਗਾ ਹੈ। ਇਸ ਤੋਂ ਲਾਭ ਪ੍ਰਾਪਤ ਕਰਨਾ, ਤੁਸੀਂ ਹਰ ਰੋਜ਼ ਦੀ ਸੰਗਤ ਕਰਨ ਵਾਲੇ ਹੋ, ਤੁਹਾਡੇ ਵਾਸਤੇ ਬਸ ਇਤਨਾ ਹੀ ਉਪਦੇਸ਼ ਕਾਫੀ ਹੈ। ਇਹ ਵਚਨ ਆਖ ਕੇ ਆਪ ਸਾਥੀਆਂ ਸਮੇਤ ਗੱਡੀਆਂ ਵਿੱਚ ਸਵਾਰ ਹੋ ਕੇ ਚਲੇ ਗਏ ਤੇ ਸੰਤ ਜੀ ਮਹਾਰਾਜ ਹੋਰ ਸੰਗਤ ਦੇ ਨਾਲ ਵਾਪਸ ਸਥਾਨ ਤੇ ਆ ਗਏ। ਸੋ ਇਸ ਪ੍ਰਕਾਰ ਦੋਹਾਂ ਮਹਾਂਪੁਰਖਾਂ ਦੀ ਇਹ ਮਿਲਣੀ, ਇਹ ਸੁਭਾਗਾ ਸਮਾਂ ਸਾਰੇ ਇਲਾਕੇ ਦੀ ਸੰਗਤ ਦੇ ਮਨਾਂ ਤੇ ਬਹੁਤ ਗਹਿਰਾ ਪ੍ਰਭਾਵ ਛੱਡ ਗਿਆ। ਸੋ ਇਸ ਪ੍ਰਕਾਰ ਹੁਣ ਅੱਗੇ ਮਹਾਂਪੁਰਖਾਂ ਨੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਦਾ ਜਿਵੇਂ ਜਿਵੇਂ ਭਲਾ ਕੀਤਾ, ਉਹਨਾਂ ਵਿੱਚੋਂ ਸੋ ਇੱਕ ਜਗਜੀਤ ਸਿੰਘ ਢਿੱਲੋਂ, ਜਿਸ ਦੇ ਪਿੰਡ ਦਾ ਨਾਮ ਪਿੰਡ ਕਿਰਪਾਲੇ ਵਾਲਾ ਹੈ। ਸਭ ਤੋਂ ਪਹਿਲਾਂ ਇਹਨਾਂ ਦੇ ਘਰ ਲੜਕੇ ਦਾ ਜਨਮ ਹੋਇਆ, ਜਿਸ ਦਾ ਨਾਮ ਅਮਰਜੀਤ ਸਿੰਘ ਰੱਖਿਆ। ਪਰ ਉਹ 9 ਸਾਲ ਦੀ ਉਮਰ ਵਿੱਚ 1937 ਈਸਵੀ ਨੂੰ ਗੁਰਪੁਰੀ ਪਿਆਨਾ ਕਰ ਗਿਆ। ਇਸ ਦੀ ਬੇਮੌਕੇ ਮੌਤ ਦੇ ਨਾਲ ਸਾਰੇ ਪਰਿਵਾਰ ਵਿਖੇ ਉਦਾਸੀ ਛਾ ਗਈ। ਬੀਬੀ ਹਰਬੰਸ ਕੌਰ ਤਾਂ ਹਰ ਸਮੇਂ ਬਹੁਤੀ ਉਦਾਸ ਰਿਹਾ ਕਰੇ। ਸਰਦਾਰ ਜਗਜੀਤ ਸਿੰਘ ਨੇ 1944 ਈਸਵੀ ਮਈ ਮਹੀਨੇ ਆਪਣੇ ਪਿਤਾ ਸਰਦਾਰ ਅਵਤਾਰ ਸਿੰਘ ਦੀ ਸਾਲਾਨਾ ਬਰਸੀ ਸਮੇਂ ਹਜੂਰ ਮਹਾਰਾਜ ਨੂੰ ਬੇਨਤੀ ਕਰਕੇ ਨਗਰ ਵਿੱਚ ਚਰਨ ਪਵਾਏ ਤੇ ਜਥੇ ਦੇ ਸਿੰਘਾਂ ਤੋਂ ਪਾਠ ਕਰਵਾਇਆ। ਭਾਵੇਂ ਇਹ ਸਾਰਾ ਮੁਜ਼ਾਹਰਿਆਂ ਦਾ ਪਿੰਡ ਸੀ, ਪਰ ਉਹਨਾਂ ਮਜ਼੍ਹਬੀ ਸਿੰਘਾਂ ਤੇ ਰਵਿਦਾਸੀਏ ਭਾਈਆਂ ਨੂੰ ਪਾਣੀ ਪੀਣ ਵਾਸਤੇ ਸੋ ਖੋਹੀ ਜਾਂ ਨਲਕਾ ਉੱਥੇ ਨਹੀਂ ਸੀ। ਇਹਨਾਂ ਦੀ ਰਿਹਾਇਸ਼ ਵੀ ਸਰਦਾਰਾਂ ਦੀ ਹਵੇਲੀ ਤੋਂ ਦੂਰ ਸੀ। ਸੰਤ ਜੀ ਮਹਾਰਾਜ ਦੀ ਸੰਗਤ ਨੇ ਸਰਦਾਰ ਜਗਜੀਤ ਸਿੰਘ ਢਿੱਲੋਂ ਦੇ ਮਨ ਦੇ ਅੰਦਰ ਬਹੁਤ ਅਸਰ ਪਾਇਆ ਹੋਇਆ ਸੀ। ਸੰਤ ਜੀ ਮਹਾਰਾਜ ਦੀ ਸੰਗਤ ਕਰਕੇ ਇਹਦਾ ਹਿਰਦਾ ਪਰਉਪਕਾਰੀ ਹੋ ਗਿਆ ਤੇ ਹਜੂਰ ਦੇ ਗਿਆ। ਸੋ ਇਹਨਾਂ ਵਾਸਤੇ ਹਰੀਜਨਾਂ ਮੁਜ਼ਾਹਰਿਆਂ ਵਾਸਤੇ ਆਪਣਾ ਖਰਚ ਕਰਕੇ ਖੋਹੀ ਲਾ ਕੇ ਸਭਨਾਂ ਦੇ ਮਨ ਨੂੰ ਜਿੱਤ ਲਿਆ। ਸੋ ਜੋ ਹਜੂਰ ਦੇ ਜਾਣ ਤੇ ਮੁਕੰਮਲ ਹੋਈ। ਬੇਨਤੀ ਕਰਕੇ ਇੱਥੇ ਵੀ ਆਪ ਜੀ ਦੇ ਚਰਨ ਪਵਾਏ। ਇਸ ਦਾ ਸਭ ਤੋਂ ਪਹਿਲਾਂ ਜਲ ਸੰਤ ਜੀ ਮਹਾਰਾਜ ਨੂੰ ਛਕਾਇਆ। 2 ਦਿਨ ਦੀਵਾਨ ਸਜਿਆ। ਤੀਸਰੇ ਦਿਨ ਅਖੰਡ ਪਾਠ ਦੇ ਭੋਗ ਸਮੇਂ ਨਗਰ ਨਿਵਾਸੀਆਂ ਨੇ ਇਕੱਠੇ ਹੋ ਕੇ ਹਜੂਰ ਦੇ ਚਰਨਾਂ ਵਿੱਚ ਅਰਜ਼ ਕੀਤੀ ਕਿ ਗਰੀਬ ਨਵਾਜ, ਇਹ ਸਰਦਾਰ ਬੜੇ ਨੇਕ ਦਿਲ ਵਾਲਾ ਹੈ ਤੇ ਆਪ ਜੀ ਉੱਤੇ ਸਿਦਕ ਰੱਖਦਾ ਹੈ। ਵੱਡੇ ਕਾਕੇ ਦੇ ਕਾਲਵਸ ਹੋਣ ਉਪਰੰਤ 3 ਲੜਕੀਆਂ ਦਾ ਜਨਮ ਹੋਇਆ ਹੈ, ਪਰ ਕੋਈ ਲੜਕਾ ਨਹੀਂ ਹੈ। ਆਪ ਜੀ ਕਿਰਪਾ ਕਰੋ ਤੇ ਇਸ ਘਰ ਨੂੰ ਵੀ ਰੰਗ ਭਾਗ ਲਾ ਦਿਓ। ਤਾਂ ਹਜੂਰ ਮੁਸਕਰਾ ਕੇ ਕਹਿਣ ਲੱਗੇ
ਇਹ ਤਾਂ ਪ੍ਰੇਮੀ ਹੈ, ਇਸ ਗੁਰਮੁਖ ਉੱਤੇ ਸਤਿਗੁਰਾਂ ਦੀ ਜ਼ਰੂਰ ਕਿਰਪਾ ਹੋਵੇਗੀ। ਅਖੰਡ ਪਾਠ ਦੇ ਭੋਗ ਸਮੇਂ ਗਿਆਨੀ ਬਲਵੀਰ ਸਿੰਘ ਤੋਂ ਗੁਰ ਚਰਨਾਂ ਵਿਖੇ ਅਰਦਾਸ ਕਰਵਾਈ ਤੇ ਜੈਕਾਰਿਆਂ ਦੀ ਗੂੰਜ ਦੇ ਨਾਲ ਸਭਨਾਂ ਨੇ ਵਧਾਈਆਂ ਦਿੱਤੀਆਂ। ਪੁੱਤਰਾਂ ਦੇ ਦਾਤੇ ਮਹਾਂਪੁਰਸ਼ਾਂ ਦੇ ਵਰ ਦੇ ਨਾਲ ਅਗਲੇ ਸਾਲ ਹੀ 4 ਫਰਵਰੀ 1945 ਨੂੰ ਲੜਕੇ ਦਾ ਜਨਮ ਹੋਇਆ। ਸਾਰੇ ਨਗਰ ਪਰਿਵਾਰ ਤੇ ਇਲਾਕੇ ਵਿੱਚ ਬੜੀਆਂ ਖੁਸ਼ੀਆਂ ਹੋਈਆਂ। ਗਰੀਬਾਂ ਨੂੰ ਧਨ ਵੰਡਿਆ। ਉਸੇ ਸਮੇਂ ਗੱਡੀ ਲੈ ਕੇ ਸੰਤ ਜੀ ਮਹਾਰਾਜ ਦੇ ਪਾਸ ਪੁੱਜੇ। ਬੜੇ ਚਾਅ ਦੇ ਨਾਲ ਨਮਸਕਾਰ ਕਰਕੇ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਦੀ ਕਿਰਪਾ ਹੋ ਗਈ। ਗੁਰੂ ਦਰਬਾਰ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਤੋਂ ਲੰਗਰ ਦੇ ਵਿੱਚ ਸੰਗਤ ਨੂੰ ਭੰਡਾਰਾ ਕਰਵਾਇਆ। ਉਪਰੰਤ ਸੰਤ ਜੀ ਮਹਾਰਾਜ ਤੋਂ ਸਮਾਂ ਲੈ ਕੇ ਆਪਣੀ ਗੱਡੀ ਭੇਜ ਕੇ ਸਮੇਤ ਜਥੇ ਦੇ ਘਰ ਚਰਨ ਪੁਆਏ, ਅਖੰਡ ਪਾਠ ਰਖਵਾਇਆ। ਸਮਾਪਤੀ ਸਮੇਂ ਹੁਕਮਨਾਮੇ ਦੇ ਪਹਿਲੇ ਅੱਖਰ ਤੋਂ ਹਜੂਰ ਨੇ ਕਾਕੇ ਦਾ ਨਾਮ ਕਮਲਜੀਤ ਸਿੰਘ ਰੱਖਿਆ। ਫਿਰ ਤਾਂ ਇਸ ਨਗਰ ਵਿੱਚ ਕਮਲਜੀਤ ਸਿੰਘ ਦੇ ਜਨਮ ਦਿਨ ਤੇ ਸਾਲ ਦੇ ਸਾਲ ਜਥੇ ਸਮੇਤ ਹਜੂਰ ਚਰਨ ਪਾਉਂਦੇ, ਅਖੰਡ ਪਾਠ ਸਾਹਿਬ ਹੁੰਦਾ ਤੇ ਦੀਵਾਨ ਵੀ ਸਜਦੇ। ਸੋ ਇਸ ਤਰ੍ਹਾਂ ਦੇ ਨਾਲ ਮਹਾਂਪੁਰਖ ਇਸ ਇਲਾਕੇ ਦੀਆਂ ਸੰਗਤਾਂ ਦਾ ਭਲਾ ਕਰਦੇ। ਹੁਣ ਅੱਗੇ ਜੋ ਇਲਾਕੇ ਦੇ ਵਿੱਚ ਨਾਮ ਅੰਮ੍ਰਿਤ ਦਾ ਪ੍ਰਚਾਰ ਹੋਇਆ, ਉਸ ਸੰਬੰਧ ਦੇ ਵਿੱਚ ਲੇਖਕ ਮਹਾਂਪੁਰਖ ਸੰਤ ਗਿਆਨੀ ਮੋਹਨ ਸਿੰਘ ਜੀ ਆਜ਼ਾਦ ਨੇ ਜੋ ਬਿਰਤਾਂਤ ਲਿਖਿਆ ਹੈ ਉਹ ਸਰਵਣ ਕਰੀਏ। ਸੰਤ ਜੀ ਮਹਾਰਾਜ ਨਹਿਰ ਦੇ ਕੰਢੇ ਦੂਸਰੇ ਸਥਾਨ ਤੇ ਆਇਆ, ਉਹਨਾਂ ਨੂੰ ਅਜੇ ਥੋੜਾ ਹੀ ਸਮਾਂ ਹੋਇਆ ਸੀ ਤਾਂ ਉਹਨਾਂ ਦੀ ਉੱਜਲ ਕੀਰਤੀ ਸੁਣ ਕੇ, ਤੇਜ ਪ੍ਰਤਾਪ ਤੱਕ ਕੇ ਤੋ ਰੂਹਾਨੀ ਤੇ ਜਿਸਮਾਨੀ ਖੁਰਾਕ ਮਿਲਦੀ ਜਾਣ ਕੇ ਹਜੂਰ ਦੇ ਰਹਿਣ ਵਾਲੇ ਪ੍ਰੇਮੀਆਂ ਦਾ ਇਕੱਠ ਦਿਨ ਬ ਦਿਨ ਵਧਣ ਲੱਗਾ। ਉਦਾਲੇ ਦੇ ਪਿੰਡਾਂ ਵਿੱਚੋਂ ਸ਼ਰਧਾਲੂ ਪ੍ਰੇਮੀਆਂ ਵੱਲੋਂ ਮੰਗਾਂ ਆਉਣ ਲੱਗੀਆਂ ਕਿ ਮਹਾਰਾਜ ਸਾਡੇ ਨਗਰ ਚਰਨ ਪਾਓ, ਕੋਈ ਕਹੇ ਸਾਡੇ ਪਿੰਡ ਦੀਵਾਨ ਕਰੋ। ਕਈਆਂ ਦੇ ਘਰੀ ਸੰਤ ਜੀ ਮਹਾਰਾਜ ਦੇ ਬਚਨਾਂ ਨਾਲ ਪੁੱਤਰ ਦੀ ਦਾਤ ਮਿਲੀ। ਉਹ ਵੀ ਆਪਣੇ ਘਰੀ ਅਖੰਡ ਪਾਠ ਦਾ ਭੋਗ ਪੁਆ ਕੇ ਤੇ ਸੰਤ ਜੀ ਮਹਾਰਾਜ ਤੋਂ ਬੱਚੇ ਦਾ ਨਾਮ ਰਖਵਾਉਣਾ ਚਾਹੁੰਦੇ। ਇਉਂ ਜਦੋਂ ਚੁਫੇਰੇ ਹੀ ਪਿੰਡਾਂ ਵੱਲੋਂ ਬੇਨਤੀਆਂ ਹੋਣ ਲੱਗੀਆਂ ਤਾਂ ਆਪ ਜੀ ਨੇ ਉੱਤਰ ਦਿੱਤਾ, ਗੁਰਮੁਖੋ ਅਸੀਂ ਤਾਂ ਵਧੇਰੇ ਬਾਹਰ ਇਕਾਂਤ ਵਿੱਚ ਹੀ ਰਹਿ ਕੇ ਭਜਨ ਸਿਮਰਨ ਦੁਆਰਾ ਸਮਾਂ ਬਤੀਤ ਕਰਨਾ ਚਾਹੁੰਦੇ ਹਾਂ। ਇਹ ਪੂਜਾ ਪਾਠ ਦਾ ਜਿਹੜਾ ਕੰਮ ਹੈ ਤੁਸੀਂ ਆਪਣੇ ਨਗਰਾਂ ਦੇ ਪਾਠੀਆਂ ਪਾਸੋਂ ਹੀ ਕਰਵਾ ਲਿਆ ਕਰੋ। ਪਰ ਉਹਨਾਂ ਦੀ ਵਧੇਰੇ ਭਾਵਨਾ ਸੰਤ ਜੀ ਮਹਾਰਾਜ ਉੱਤੇ ਹੋਣ ਕਰਕੇ ਛੋਟੇ ਸੰਤ ਜੀ ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਸਾਡੇ ਘਰੀਂ ਚਰਨ ਪਾਓ। ਤਾਂ ਛੋਟੇ ਸੰਤ ਜੀ ਮਹਾਰਾਜ ਨੇ ਕਿਹਾ ਕਿ ਤੁਸੀਂ ਵੱਡਿਆਂ ਨੂੰ ਆਖੋ ਕਿ ਆਪ ਜੀ ਕੋਈ ਖਾਸ ਸਮਾਂ ਨਿਯਤ ਕਰਕੇ ਇਹਨਾਂ ਪ੍ਰੇਮੀਆਂ ਦਾ ਪ੍ਰੇਮ ਪੂਰਾ ਕਰੋ। ਆਪ ਜੀ ਦਾ ਉੱਤਰ ਸੀ ਕਿ ਚੰਗਾ, ਇਸ ਕੰਮ ਦੀ ਜ਼ਿੰਮੇਵਾਰੀ ਫਿਰ ਛੋਟੇ ਸੰਤ ਜੀ ਮਹਾਰਾਜ ਆਪ ਸੰਭਾਲ ਲੈਣ ਤੇ ਸਾਡੇ ਨਾਲ ਜਾਇਆ ਕਰਨ। ਅਸੀਂ ਤਾਂ ਸਿਰਫ ਕੀਰਤਨ ਕਰਨ ਵਾਲੇ ਸਾਜੀ ਸਿੰਘਾਂ ਦਾ ਜਥਾ ਲੈ ਕੇ ਫੱਗਣ ਅਤੇ ਚੇਤ 2 ਮਹੀਨੇ ਦੇ ਦਿਆ ਕਰਾਂਗੇ। ਪਾਠਾਂ ਦੀ ਵਧੇਰੇ ਡਿਊਟੀ ਆਪ ਜੀ ਸੰਭਾਲੋ, ਨਾਮ ਨੋਟ ਕਰੀ ਜਾਓ, ਤੁਰਨ ਸਮੇਂ ਸਾਨੂੰ ਦੱਸ ਦਿਆ ਕਰੋ ਕਿ ਕਿੱਥੇ ਤੇ ਕਿਸ ਦੇ ਜਾਣਾ ਹੈ। ਇਉਂ ਦੋਵੇਂ ਮਹਾਂਪੁਰਸ਼ਾਂ ਨੇ ਸਲਾਹ ਕਰਕੇ ਅੱਸੂ ਕੱਤਕ ਅਤੇ ਫੱਗਣ ਤੇ ਚੇਤ ਸਾਲ ਦੇ ਵਿੱਚ ਇਹ 4 ਮਹੀਨੇ ਨਿਯਤ ਕਰ ਲਏ। ਉਦਾਲੇ ਦੇ ਪਿੰਡਾਂ ਦੀ ਸੰਗਤ ਨੂੰ ਵੀ ਪਤਾ ਲੱਗ ਗਿਆ। ਪ੍ਰੇਮੀ ਜਨ ਕਈ ਮਹੀਨੇ ਪਹਿਲਾਂ ਹੀ ਛੋਟੇ ਸੰਤ ਜੀ ਮਹਾਰਾਜ ਪਾਸੋਂ ਤਰੀਕਾਂ ਦਾ ਸਮਾਂ ਲੈ ਜਾਂਦੇ। ਇੱਕ ਪਾਸੇ ਤੋਂ ਸ਼ੁਰੂ ਕਰਕੇ ਨਾਲ ਲੱਗਦੇ ਪਿੰਡਾਂ ਨੂੰ ਸਮਾਂ ਵੰਡੀ ਜਾਂਦੇ, ਪਰ ਹਰ ਇੱਕ ਮਹੀਨੇ ਦੀ ਪੂਰਨਮਾਸ਼ੀ
ਅਤੇ ਸੰਗਰਾਂਦ ਦਾ ਦੀਵਾਨ ਗੁਰਦੁਆਰੇ ਕਰਮਸਰ ਹੀ ਸਜਦਾ। ਦੂਸਰੇ ਦਿਨ ਅਗਲੇ ਪਿੰਡ ਦਾ ਪ੍ਰੋਗਰਾਮ ਸ਼ੁਰੂ ਹੋ ਜਾਂਦਾ। ਪਹਿਲਾਂ ਤਾਂ ਕੇਵਲ ਕੀਰਤਨ ਦਾ ਹੀ ਪ੍ਰੋਗਰਾਮ ਹੁੰਦਾ, ਫਿਰ ਪ੍ਰੇਮੀਆਂ ਦੇ ਘਰੀ ਅਖੰਡ ਪਾਠ ਹੋਣੇ ਵੀ ਸ਼ੁਰੂ ਹੋ ਗਏ। ਪਿੰਡਾਂ ਵਿੱਚ ਧਾਰਮਿਕ ਖਿਆਲਾਂ ਦੇ ਵੈਸ਼ਨੋ ਪਾਠੀ ਘੱਟ ਮਿਲਣ ਕਰਕੇ ਪ੍ਰੇਮੀਆਂ ਨੇ ਛੋਟੇ ਸੰਤਾਂ ਨੂੰ ਅਰਜ਼ ਕੀਤੀ। ਉਹਨਾਂ ਨੇ ਵੱਡੇ ਸੰਤਾਂ ਨੂੰ ਆਖ ਕੇ ਨਾਲ ਪਾਠੀ ਤੇ ਜਪਜੀ ਸਾਹਿਬ ਵਾਲੇ ਸਿੰਘਾਂ ਨੂੰ ਵੀ ਭੇਜਣਾ ਸ਼ੁਰੂ ਕਰ ਦਿੱਤਾ। ਉਹਨਾਂ ਦੀ ਜ਼ਿੰਮੇਵਾਰੀ ਨਾਲ ਦੇ ਇੱਕ ਸੱਜਣ ਨੂੰ ਸੌਂਪ ਦਿੰਦੇ ਸੀ। ਇਉਂ ਮਰਜ਼ਾਦਾ ਅਨੁਸਾਰ ਅਖੰਡ ਪਾਠ ਅਤੇ ਕਥਾ ਕੀਰਤਨ ਦਾ ਪ੍ਰਵਾਹ ਜਾਰੀ ਹੋ ਗਿਆ। ਉਸ ਸਮੇਂ ਸੰਤ ਜੀ ਮਹਾਰਾਜ ਦੇ ਹਜ਼ੂਰੀਏ ਸੇਵਾਦਾਰ ਅਤੇ ਬਾਹਰਲੇ ਪ੍ਰੋਗਰਾਮਾਂ ਦੇ ਜਥੇਦਾਰ ਸੰਤ ਇੰਦਰ ਸਿੰਘ ਜੀ ਹੁੰਦੇ ਸਨ। ਸਮਾਂ ਪਾ ਕੇ ਪਾਠ ਕਰਵਾਉਣ ਵਾਲੇ ਪ੍ਰੇਮੀ ਸੱਜਣਾਂ ਦੀਆਂ ਵਧੇਰੇ ਮੰਗਾਂ ਆਉਣ ਲੱਗੀਆਂ, ਜਿਸ ਕਰਕੇ ਹਜ਼ੂਰ ਦੇ ਪ੍ਰੇਮੀ ਵੈਸ਼ਨੋ ਖਿਆਲਾਂ ਦੇ ਸਿੰਘਾਂ ਨੂੰ ਪਿੰਡਾਂ 'ਚੋਂ ਪਾਠੀ ਲਾ ਕੇ ਇੱਕੋ ਵਾਰੀ ਦੋ ਪਿੰਡਾਂ ਵਿੱਚ ਇਕੱਠੇ ਵੀ ਅਖੰਡ ਪਾਠ ਰੱਖੇ ਜਾਂਦੇ। ਦੋਹਾਂ ਪਿੰਡਾਂ ਵਿੱਚ ਦੀਵਾਨ ਸਜਦੇ। ਪਾਠ ਦੇ ਭੋਗ ਸਮੇਂ ਸੰਤ ਜੀ ਮਹਾਰਾਜ ਜ਼ਰੂਰ ਜਾਂਦੇ। ਇਉਂ ਕਰਮਸਰ ਦੀ ਪਾਵਨ ਧਰਤੀ ਦੇ ਇਰਦ ਗਿਰਦ 20-20, 30-30 ਮੀਲਾਂ ਦੇ ਚਫੇਰੇ ਦਾ ਕੋਈ ਐਸਾ ਪਿੰਡ ਨਹੀਂ ਹੋਵੇਗਾ ਜਿੱਥੇ ਮਹਾਂਪੁਰਖਾਂ ਦੇ ਚਰਨ ਨਾ ਪਏ ਹੋਣ ਤੇ ਦੀਵਾਨ ਨਾ ਸਜੇ ਹੋਣ। ਕਈਆਂ ਪਿੰਡਾਂ ਵਿੱਚ ਤਾਂ ਸਾਲ ਦੇ ਸਾਲ ਚਰਨ ਪੈਂਦੇ, ਕਈ ਪਿੰਡਾਂ 'ਚ ਸਾਲ ਵਿੱਚ 2 ਵਾਰੀ ਵੀ ਮਹਾਰਾਜ ਆ ਆਉਂਦੇ। ਸੋ ਕਈ ਇਹੋ ਜਿਹੇ ਵੀ ਅਨੰਨ ਸੇਵਕ ਸਨ ਜੋ ਹਰੇਕ ਛਮਾਹੀ ਜਾਂ ਸਾਲ ਬਾਅਦ ਆਪਣੇ ਘਰੀਂ ਅਖੰਡ ਪਾਠ ਕਰਵਾ ਕੇ ਸੰਤ ਜੀ ਮਹਾਰਾਜ ਦੇ ਨਗਰ ਨਿਵਾਸੀਆਂ ਨੂੰ ਦਰਸ਼ਨ ਕਰਵਾਉਂਦੇ। ਸੋ ਇਸ ਤਰ੍ਹਾਂ ਦੇ ਨਾਲ ਪ੍ਰੇਮੀਆਂ ਦੀ ਸ਼ਰਧਾ ਪੂਰੀ ਕਰਨ ਵਾਸਤੇ ਆਪ ਇੱਕ ਪਿੰਡ ਵਿੱਚ ਕਈ ਵਾਰੀ ਗਏ। ਜਿੱਥੇ ਆਪ ਜਾਂਦੇ ਉਸ ਪਿੰਡ ਦਾ ਐਸਾ ਕੋਈ ਘਰ ਨਹੀਂ ਜਿਸ ਘਰ ਆਪ ਜੀ ਦੇ ਚਰਨ ਨਾ ਪਏ ਹੋਣ। ਹਿੰਦੂ, ਸਿੱਖ, ਗਰੀਬ, ਅਮੀਰ ਸਾਰੀਆਂ ਬਰਾਦਰੀਆਂ ਆਪ ਜੀ ਤੇ ਬਹੁਤ ਮਾਣ ਰੱਖਦੇ ਤੇ ਘਰੀਂ ਲੈ ਕੇ ਜਾਂਦੇ। ਪਹਿਲਾਂ ਛੋਟੇ ਸੰਤ ਜੀ ਵੀ ਨਾਲ ਜਾਂਦੇ ਸੀ, ਫਿਰ ਅਸਥਾਨ ਦੀ ਜ਼ਿੰਮੇਵਾਰੀ ਵੱਧ ਹੋਣ ਕਰਕੇ ਸੋ ਮਹਾਂਪੁਰਖ ਪਿੱਛੇ ਦੀ ਸੇਵਾ ਸੰਭਾਲ ਕਰਦੇ। ਜਿਸ ਪਿੰਡ ਵਿੱਚ ਜਿਸ ਘਰ ਅਖੰਡ ਪਾਠ ਸਾਹਿਬ ਰੱਖਿਆ ਜਾਂਦਾ ਉਸ ਦੇ ਆਂਢ ਗੁਆਂਢ ਵਿੱਚ ਬਲਕਿ ਪਿੰਡ ਦੇ ਸਾਰੇ ਘਰਾਂ ਵਿੱਚ ਪ੍ਰੇਮੀ ਚਰਨ ਪਵਾਉਣ ਵਾਸਤੇ ਬੇਨਤੀ ਭਾਵਨਾ ਅਨੁਸਾਰ ਕਰਦੇ। ਸੋ ਇਸ ਤਰ੍ਹਾਂ ਦੇ ਨਾਲ ਮਹਾਂਪੁਰਸ਼ਾਂ ਨੇ ਸਾਰੇ ਇਲਾਕੇ ਨੂੰ ਧਾਰਨਾ ਕੀਤਾ। ਪਿੰਡਾਂ ਦੇ ਦੌਰੇ ਸਮੇਂ ਪਹਿਲਾਂ ਆਪ ਜੀ ਸੰਗਤਾਂ ਦੇ ਨਾਲ ਪੈਦਲ ਹੀ ਜਾਇਆ ਕਰਦੇ ਸੀ। ਆਪਣੀ ਭਾਵਨਾ ਅਨੁਸਾਰ ਕਈ ਪ੍ਰੇਮੀ ਆਪ ਜੀ ਵਾਸਤੇ ਰੱਥ ਵੀ ਲੈ ਆਉਂਦੇ ਸਨ। ਫਿਰ ਕੁਝ ਕੁ ਨਗਰਾਂ ਦੀਆਂ ਸੰਗਤਾਂ ਦੀ ਮਜਬੂਰੀ ਹੋਣ ਕਰਕੇ ਮਹਾਂਪੁਰਖ ਕਈ ਨਗਰਾਂ ਵਿੱਚ ਸਾਈਕਲਾਂ 'ਤੇ ਵੀ ਜਾਂਦੇ ਰਹੇ। ਉਪਰੰਤ ਘੋੜੇ ਘੋੜੀਆਂ ਦੀ ਰਚਨਾ ਹੋ ਗਈ। ਸੋ ਮਹਾਂਪੁਰਖਾਂ ਨੇ ਇਹੋ ਜਿਹੇ ਸਮੇਂ 'ਤੇ ਸੰਗਤਾਂ ਦੀ ਭਾਵਨਾ ਨੂੰ ਭਾਗ ਲਾਉਂਦਿਆਂ ਹੋਇਆਂ ਬੜੇ ਨਗਰਾਂ ਵਿੱਚ ਚਰਨ ਪਾਏ। ਸੰਤ ਜੀ ਮਹਾਰਾਜ ਪਹੀੜ ਨਗਰ ਅਰਜਨ ਸਿੰਘ ਖੰਡੇ ਦੇ ਘਰ ਚਰਨ ਪਾਏ। ਉਦੋਂ ਆਪ ਜੀ ਖੇੜੇ ਤੋਂ ਆਏ ਸਨ। ਇਸ ਨੇ ਹਜ਼ੂਰ ਦੇ ਜਥੇ ਤੋਂ ਆਪਣੇ ਲੜਕੇ ਸੱਜਣ ਸਿੰਘ ਦੇ ਜਨਮ ਦੀ ਖੁਸ਼ੀ ਵਿੱਚ ਅਖੰਡ ਪਾਠ ਕਰਵਾਇਆ ਸੀ। ਇਹ ਕਾਕਾ 1932 ਈਸਵੀ ਵਿੱਚ ਸੰਤ ਜੀ ਮਹਾਰਾਜ ਦੇ ਬਚਨਾਂ ਨਾਲ ਹੀ ਹੋਇਆ ਸੀ। ਸੰਤ ਜੀ ਮਹਾਰਾਜ ਨੇ ਹੀ ਅਖੰਡ ਪਾਠ ਦੇ ਭੋਗ ਸਮੇਂ ਇਸ ਦਾ ਨਾਮ ਰੱਖਿਆ ਸੀ। ਉਸ ਸਮੇਂ ਦੀਵਾਨ ਗੁਰਦੁਆਰੇ ਸਾਹਿਬ ਜਾਂ ਖੁੱਲ੍ਹੇ ਮੈਦਾਨ ਵਿੱਚ ਸਜਦੇ ਰਹੇ। ਆਖਰੀ ਦਿਨ ਅੰਮ੍ਰਿਤ ਪ੍ਰਚਾਰ ਹੋਇਆ। 60-70 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ। ਉਸ ਸਮੇਂ ਵੱਡੇ ਤੇ ਛੋਟੇ ਦੋਵੇਂ ਸੰਤ ਜੀ ਮਹਾਰਾਜ ਆਪ ਪੰਜਾਂ ਪਿਆਰਿਆਂ ਦੇ ਵਿੱਚ ਸ਼ਾਮਲ ਹੋਏ। ਨਗਰ ਨਿਵਾਸੀ ਦੱਸਦੇ ਸਨ ਕਿ ਇਸ ਨਗਰ ਵਿੱਚ ਮਸਤੂਆਣੇ ਵਾਲੇ ਮਹਾਂਪੁਰਸ਼ਾਂ ਤੋਂ ਬਾਅਦ ਪਹਿਲੀ ਵਾਰ ਹੀ ਕਿਸੇ ਪੂਰਨ ਮਹਾਂਪੁਰਖ ਦੇ ਦਰਸ਼ਨ ਹੋਏ ਹਨ। ਸੰਗਤ ਨੇ ਬਹੁਤ ਉਤਸ਼ਾਹ ਦੇ ਨਾਲ
ਹਜੂਰ ਦੇ ਕਰ ਕਮਲਾਂ ਤੋਂ ਗੁਰਦੁਆਰਾ ਸਾਹਿਬ ਦੀ ਨੀਂਹ ਰਖਵਾਈ, ਜੋ ਹੁਣ ਬੜੀ ਸ਼ਾਨਦਾਰ ਤੇ ਸੁੰਦਰ ਇਮਾਰਤ ਬਣੀ ਹੈ। ਫਿਰ ਤਾਂ ਪ੍ਰੇਮੀਆਂ ਨੂੰ ਇਤਨੀ ਸ਼ਰਧਾ ਵੱਧ ਗਈ ਕਿ ਜੇਕਰ ਸਾਲ ਦੇ ਵਿੱਚ ਅੱਸੂ ਤੇ ਚੇਤਰ ਸਮਾਂ ਨਾ ਮਿਲੇ, 2 ਵਾਰ ਸਮਾਂ ਨਾ ਮਿਲੇ, ਤਾਂ ਇੱਕ ਵਾਰੀ ਤਾਂ ਪਿੰਡ ਵਿੱਚ ਹਜੂਰ ਦੇ ਜ਼ਰੂਰ ਹੀ ਚਰਨ ਪਵਾਉਂਦੇ। ਅਖੰਡ ਪਾਠ ਸਾਹਿਬ ਹੁੰਦੇ, ਕੀਰਤਨ ਹੁੰਦਾ। ਸੋ ਇਸ ਤਰ੍ਹਾਂ ਦੇ ਨਾਲ ਉਦਾਲੇ ਦੇ ਪਿੰਡਾਂ ਵਿੱਚ ਅੰਮ੍ਰਿਤ ਦੀ ਵਰਖਾ ਸਮੇਂ ਆਪ ਜੀ ਰਾਤ ਨੂੰ ਹਮੇਸ਼ਾ 3 ਘੰਟੇ ਕੀਰਤਨ ਕਰਦੇ। ਸਵੇਰੇ ਆਸਾ ਜੀ ਦੀ ਵਾਰ ਉਪਰੰਤ ਪ੍ਰੇਮੀਆਂ ਦੇ ਘਰ ਰੱਖੇ ਹੋਏ ਅਖੰਡ ਪਾਠ ਸਾਹਿਬ ਦੀ ਸਮਾਪਤੀ, ਬਾਅਦ ਵਿੱਚ ਸ਼ਰਧਾਲੂ ਸੱਜਣਾ ਦੀ ਪ੍ਰੇਮ ਪੂਰਤੀ ਲਈ ਘਰਾਂ ਵਿੱਚ ਚਰਨ ਪਾਉਂਦੇ। 1955 ਅਗਸਤ ਮਹੀਨੇ ਪਹੀੜ ਨਗਰ ਹਜੂਰ ਗਏ ਤੇ 2 ਦਿਨ ਨਾਮ ਅੰਮ੍ਰਿਤ ਦੀ ਵਰਖਾ ਹੋਈ। ਤੀਸਰੇ ਦਿਨ ਪ੍ਰੇਮੀਆਂ ਦੇ ਘਰ ਚਰਨ ਪਾਏ। ਅੱਜ ਸਾਵਣ ਮਹੀਨੇ ਦੀ ਪੂਰਨਮਾਸ਼ੀ ਦਾ ਦਿਨ ਸੀ, ਜਿਸ ਨੂੰ ਰੱਖੜ ਪੁੰਨਿਆ ਵੀ ਕਿਹਾ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਵੀਰ ਦੇ ਗੁੱਟ ਤੇ ਰੱਖੜੀ ਬੰਨ੍ਹ ਕੇ ਪ੍ਰਸੰਨ ਹੁੰਦੀਆਂ ਹਨ। ਸੋ ਪਿੰਡ ਦੀਆਂ ਲੜਕੀਆਂ ਕਈ ਦਿਨ ਪਹਿਲਾਂ ਹੀ ਇਸ ਦਿਨ ਦੀ ਉਡੀਕ ਕਰਦੀਆਂ, ਰੰਗ ਬਰੰਗੇ ਫੁੱਲਾਂ ਨੂੰ ਗੁੰਦ ਕੇ। ਸੋ ਇਸ ਤਰ੍ਹਾਂ ਨਾਲ ਪਸ਼ਮ ਅਤੇ ਹੋਰ ਵਧੀਆ ਤੋਂ ਵਧੀਆ ਕੱਪੜੇ ਦੀਆਂ ਰੱਖੜੀਆਂ ਤਿਆਰ ਕਰਦੀਆਂ। ਅੱਜ ਵੀ ਹੋਰ ਕੁੜੀਆਂ ਨੂੰ ਦੇਖ ਕੇ ਸੰਤ ਜੀ ਮਹਾਰਾਜ ਦੇ ਪਰਮ ਪ੍ਰੀਤਵਾਨ ਸਰਦਾਰ ਮੇਹਰ ਸਿੰਘ ਜੀ ਦਰਜੀ, ਉਹਨਾਂ ਦੀ ਛੋਟੀ ਬੱਚੀ ਬੀਬੀ ਗੁਰਸ਼ਰਨ ਕੌਰ ਨੇ ਵੀ, ਜਿਸ ਨੂੰ ਸਾਰੇ ਲਾਡ ਦੇ ਨਾਲ ਗੁੱਡੀ ਕਹਿ ਕੇ ਬੁਲਾਉਂਦੇ ਸਨ, ਉਹਨੇ ਵੀ ਰੱਖੜੀ ਬਣਾਈ, ਜਿਸ ਦੀ ਉਮਰ ਉਸ ਸਮੇਂ 7-8 ਸਾਲ ਦੀ ਸੀ। ਇਸ ਦੇ ਕੋਈ ਭਰਾ ਨਹੀਂ ਸੀ, ਇਹ ਕੇਵਲ 3 ਭੈਣਾਂ ਹੀ ਸਨ। ਇੱਕ ਇਸ ਤੋਂ ਵੱਡੀ ਤੇ ਇੱਕ ਇਸ ਤੋਂ ਛੋਟੀ ਸੀ। ਆਂਢ ਗੁਆਂਢ ਦੀਆਂ ਕੁੜੀਆਂ ਕਹਿਣ, ਕੁੜੇ ਤੂੰ ਇਹ ਕੀ ਕਰੇਂਗੀ, ਕਿਹਦੇ ਬੰਨੇਗੀ ਰੱਖੜੀ? ਸਾਡੇ ਤਾਂ ਵੀਰ ਹਨ, ਅਸੀਂ ਤਾਂ ਉਹਨਾਂ ਨੂੰ ਬੰਨਾਂਗੀਆਂ। ਇਹ ਸਿੱਧਰੀ ਜਿਹੀ ਐਵੇਂ ਬਣਾਈ ਜਾਂਦੀ ਹੈ, ਇਸ ਦੇ ਭਰਾ ਤਾਂ ਕੋਈ ਹੈ ਨਹੀਂ, ਇਹ ਇਸ ਨੂੰ ਕੀ ਕਰੇਂਗੀ ਤੂੰ? ਭਾਵੇਂ ਉਸ ਸਮੇਂ ਇਸ ਬੱਚੀ ਦੀ ਉਮਰ ਬਹੁਤ ਛੋਟੀ ਸੀ, ਪਰ ਅੱਜ ਤੱਕ ਇਸ ਦੇ ਅੰਦਰ ਇਹ ਖਿਆਲ ਕਦੇ ਆਇਆ ਹੀ ਨਹੀਂ ਸੀ ਕਿ ਇਹ ਭਰਾਵਾਂ ਵਾਲੀਆਂ ਹਨ ਤੇ ਮੇਰੇ ਕੋਈ ਭਰਾ ਨਹੀਂ ਹੈ। ਪਰ ਅੱਜ ਕੁੜੀਆਂ ਦੇ ਰੱਖੜੀ ਬਣਾਉਣ ਸਮੇਂ ਰੋਕਣ ਤੋਂ ਇਸ ਬੱਚੀ ਦੀਆਂ ਅੱਖਾਂ ਵਿੱਚੋਂ ਤ੍ਰਿਪ ਹੰਝੂ ਚੋਣ ਲੱਗੇ। ਇਧਰੋਂ ਸੰਤ ਜੀ ਮਹਾਰਾਜ ਇਹਨਾਂ ਦੇ ਹੀ ਘਰ ਬੈਠੇ ਸੰਗਤ ਨੂੰ ਦਰਸ਼ਨ ਦੇ ਰਹੇ ਸਨ। ਮੱਥਾ ਟੇਕਣ ਵਾਲੇ ਹੋਰ ਵੀ ਨਗਰ ਨਿਵਾਸੀ ਸ਼ਰਧਾਲੂ ਪ੍ਰੇਮੀਆਂ ਦਾ ਕਾਫੀ ਇਕੱਠ ਹੋਇਆ ਸੀ। ਇਸ ਖੁਸ਼ੀਆਂ ਭਰੇ ਸਮਾਗਮ ਸਮੇਂ ਕੁੜੀ ਹੱਥ ਵਿੱਚ ਰੱਖੜੀ ਲੈ ਕੇ ਆਪਣੇ ਘਰ ਦੇ ਬੂਹੇ ਦੇ ਬਾਹਰ ਖੜੀ ਰੋ ਰਹੀ ਸੀ। ਤਾਂ ਇੰਦਰੇ ਨੂੰ ਸੰਤ ਜੀ ਮਹਾਰਾਜ ਦੇ ਜਾਣ ਦਾ ਸਮਾਂ ਹੋ ਗਿਆ। ਹਜੂਰ ਕੁਰਸੀ ਤੋਂ ਉੱਠ ਕੇ ਬਾਹਰ ਜਾਣ ਲਈ ਬੂਹੇ ਅੱਗੇ ਆਏ ਤਾਂ ਅਚਾਨਕ ਹੀ ਇਸ ਅਨਪੋਲ ਬੱਚੀ ਦੇ ਹੰਝੂ ਤੱਕ ਕੇ ਪੁੱਛਣ ਲੱਗੇ, ਬੀਬਾ ਕੀ ਗੱਲ ਹੈ, ਤੂੰ ਰੋਂਦੀ ਕਿਉਂ ਹੈ? ਇਹ ਹੱਥ ਵਿੱਚ ਰੱਖੜੀ ਫੜੀ ਹੋਈ ਹੈ, ਤੂੰ ਕਿਸ ਨੂੰ ਬੰਨਣੀ ਹੈ? ਤਾਂ ਇਤਨੇ ਪਿਆਰ ਭਰੇ ਬਚਨ ਸੁਣ ਕੇ ਲੜਕੀ ਦੀ ਧਾਰ ਨਿਕਲ ਗਈ, ਡਸਕੋਰੇ ਲੈ ਕੇ ਰੋਣ ਲੱਗੀ। ਅੰਤਰਜਾਮੀ ਦਾਤੇ ਨੇ ਸਿਰ ਤੇ ਹੱਥ ਰੱਖਿਆ, ਧੀਰਜ ਨਾਲ ਪੁੱਛਿਆ, ਬੀਬਾ ਦੱਸ ਤੈਨੂੰ ਕਿਸੇ ਨੇ ਮਾਰਿਆ ਹੈ, ਤੂੰ ਰੋਂਦੀ ਕਿਉਂ ਹੈ? ਤਾਂ ਹੌਲੀ ਜਿਹੀ ਆਵਾਜ਼ ਦੇ ਵਿੱਚ ਉਹ ਕਹਿਣ ਲੱਗੀ, ਮਹਾਰਾਜ ਕੁੜੀਆਂ ਮੈਨੂੰ ਮਿਹਣੇ ਮਾਰਦੀਆਂ ਹਨ ਕਿ ਸਾਡੀ ਰੀਸੇ ਰੱਖੜੀ ਤਾਂ ਬਣਾਈ ਜਾਂਦੀ ਹੈ, ਪਰ ਤੇਰਾ ਕੋਈ ਵੀਰ ਤਾਂ ਹੈ ਨਹੀਂ, ਇਹ ਕਿਸ ਦੇ ਬੰਨੇਗੀ? ਸਾਡੇ ਚਾਚਾ ਜੀ ਤੇਜਾ ਸਿੰਘ ਤੁਹਾਡੇ ਕੋਲ ਰਹਿੰਦੇ ਹਨ, ਮਹਾਰਾਜ ਤੁਸੀਂ ਸਾਨੂੰ ਇੱਕ ਵੀਰ ਹੀ ਦੇ ਦਿਓ। ਮਸਾਂ ਹੀ ਇਤਨੀ ਗੱਲ ਮਸਾਂ ਹੀ ਕਹੀ
ਤੇ ਲੜਕੀ ਫੇਰ ਫੁੱਟ-ਫੁੱਟ ਕੇ ਰੋਣ ਲੱਗੀ। ਤਾਂ ਸੰਤ ਜੀ ਸਰਦਾਰ ਮਿਹਰ ਸਿੰਘ ਦੇ ਪਰਿਵਾਰ ਤੇ ਰੀਝ ਕੇ ਮਿਹਰਾਂ ਦੇ ਘਰ ਵਿੱਚ ਆਏ ਤੇ ਸਿਰ ਤੇ ਹੱਥ ਰੱਖ ਕੇ ਕਹਿੰਦੇ, ਬੀਬਾ ਰੋ ਨਾ, ਅਗਲੇ ਸਾਲ ਦੀ ਰੱਖੜੀ ਬਣਾਉਣ ਵਾਸਤੇ ਤੇਰਾ ਵੀਰਾ ਆ ਜਾਵੇਗਾ। ਇਉਂ ਹਜ਼ੂਰ ਨੇ ਸੁਤੇ ਸਿੱਧ ਹੀ ਇਹ ਵਰ ਦਾ ਬਚਨ ਕਰ ਦਿੱਤਾ ਤੇ ਅਗਲੇ ਘਰ ਚਲੇ ਗਏ। ਸੰਤ ਜੀ ਮਹਾਰਾਜ ਦੇ ਬਚਨਾਂ ਦੇ ਨਾਲ ਮਿਹਰ ਸਿੰਘ ਦੇ ਘਰ ਲੜਕੇ ਦਾ ਜਨਮ ਹੋਇਆ। ਸੋ ਇਹਨਾਂ ਦੇ ਘਰ ਵਿੱਚ ਵੀ ਅਖੰਡ ਪਾਠ ਹੋਇਆ। ਹਜ਼ੂਰ ਦੀ ਪਾਵਨ ਰਸਨਾ ਤੋਂ ਉਸ ਦਾ ਨਾਮ ਜਸਵੀਰ ਸਿੰਘ ਰੱਖਿਆ ਗਿਆ। ਸੋ ਇਸ ਪ੍ਰਕਾਰ ਮਹਾਂਪੁਰਖ ਟੁੱਟੀਆਂ ਗੰਢਣ ਵਾਲੇ, ਝੋਲੀਆਂ ਭਰਨ ਵਾਲੇ, ਉਸ ਦੀ ਪ੍ਰੇਮ ਰੂਪ ਬੇਨਤੀ ਸੁਣ ਕੇ ਰੀਝ ਕੇ ਐਸੀਆਂ ਬਖਸ਼ਿਸ਼ਾਂ ਦਾ ਬਚਨ ਕੀਤਾ ਤੇ ਝੋਲੀ ਭਰ ਦਿੱਤੀ। ਘਵੱਦੀ ਪਿੰਡ ਦੇ ਸਰਦਾਰ ਹਰਨਾਮ ਸਿੰਘ ਮਿਸਤਰੀ ਦੀ ਰੀੜ੍ਹ ਦੀ ਹੱਡੀ ਨੂੰ ਕੀੜਾ ਲੱਗ ਗਿਆ। ਕੁਝ ਸਮੇਂ ਬਾਅਦ ਪਿੱਠ ਦੀ ਹੱਡੀ ਟੁੱਟ ਗਈ। ਹੇਠਲਾ ਹਿੱਸਾ ਅੱਡ ਤੇ ਉੱਪਰਲਾ ਹਿੱਸਾ ਅੱਡ ਹੋ ਗਿਆ। ਬੜੇ ਇਲਾਜ ਕਰਵਾਏ, ਘਰ ਵਾਲੇ ਵੀ ਤੰਗ ਆ ਗਏ। ਅਖੀਰ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਤੇ ਘਰ ਲੈ ਆਏ। ਨਾਲ ਦੇ ਪਿੰਡ ਖਾਨਪੁਰ ਸਰਦਾਰ ਅਰਜਨ ਸਿੰਘ ਦੇ ਘਰ ਅਖੰਡ ਪਾਠ ਦੇ ਸਮੇਂ ਮਹਾਰਾਜੀਆਂ ਦੇ ਦੀਵਾਨ ਲੱਗੇ। ਇਸ ਦੇ ਘਰ ਚੌਥੀ ਸ਼ਾਦੀ ਤੋਂ ਲੜਕੇ ਅਮਰਜੀਤ ਸਿੰਘ ਦਾ ਜਨਮ ਹੋਇਆ ਸੀ। ਜਦੋਂ ਇਹਨਾਂ ਨੂੰ ਪਤਾ ਲੱਗਾ ਤਾਂ ਇਹ ਵੀ ਚਰਨਾਂ ਵਿੱਚ ਹਾਜ਼ਰ ਹੋ ਕੇ ਅਰਜ਼ ਕਰਦੇ ਕਿ ਗਰੀਬ ਨਵਾਜ, ਇਹਦਾ ਸਰੀਰ ਇੱਕ ਪਾਸੇ ਹੋ ਜਾਵੇ, ਜਾਂ ਤਾਂ ਹੱਡੀ ਜੁੜ ਜਾਵੇ ਤਾਂ ਜਾਂ ਮੁਕਤੀ ਕਰ ਦਿਓ। ਤਾਂ ਸੰਤ ਜੀ ਮਹਾਰਾਜ ਕਹਿਣ ਲੱਗੇ, ਹੱਡੀ ਟੁੱਟ ਤਾਂ ਗਈ ਸੀ ਪਰ ਗੰਢੀ ਗਈ, ਟੁੱਟ ਤਾਂ ਗਈ ਸੀ ਪਰ ਜੁੜ ਗਈ। ਇਸ ਤਰ੍ਹਾਂ 3 ਵਾਰ ਬਚਨ ਕਰ ਦਿੱਤਾ। ਪਰ ਸਾਧੂ ਦੀ ਰਮਜ ਨੂੰ ਕੌਣ ਸਮਝੇ। ਹੁਕਮ ਹੋਇਆ, ਇਸ ਨੂੰ ਗੁਰਬਾਣੀ ਦਾ ਕੀਰਤਨ ਸੁਣਾਓ। ਇਉਂ ਸ਼ਾਮ ਨੂੰ ਉਸ ਦਾ ਮੰਜਾ ਚੱਕ ਕੇ ਦੀਵਾਨ ਵਿੱਚ ਲੈ ਆਏ। 2 ਦਿਨ ਕੀਰਤਨ ਸੁਣਿਆ। ਸੰਤ ਜੀ ਮਹਾਰਾਜ ਨੇ ਵਿਰਾਗ ਦੇ ਬਚਨ ਸੁਣਾਏ ਕਿ ਇਸ ਜੀਵ ਦਾ ਗੁਰੂ ਪਰਮੇਸ਼ਰ ਤੋਂ ਬਿਨਾਂ ਲੋਕ ਪਰਲੋਕ ਵਿੱਚ ਕੋਈ ਵੀ ਰੱਖਿਅਕ ਨਹੀਂ। ਮਾਤ ਪਿਤਾ ਕਾ ਪੁੱਤ ਵੀ ਬਣਿਆ, ਇਸਤਰੀ ਕਾ ਬਣਿਆ ਵਰ ਕਾ, ਭਾਈਆਂ ਕਾ ਭਾਈ ਵੀ ਬਣਿਆ, ਨਾਇਕ ਬਣਿਆ ਘਰ ਕਾ, ਮਾਲ ਮਤਾ ਸਭ ਕਿਛ ਬਣਿਆ, ਰਾਜਾ ਬਣਿਆ ਧਰ ਕਾ, ਅਵਰ ਬਣਾਵਨ ਸਗਲੇ ਬਿਰਥੇ, ਜੋ ਇੱਕ ਨਾ ਬਣਿਆ ਹਰ ਕਾ। ਅਤੇ ਨਾਲ ਹੀ ਪ੍ਰੇਮੇ ਕੁਸ਼ਤੀ ਦੀ ਕੋੜੀ ਦੀ ਸਾਖੀ ਸੁਣਾਈ, ਜਿਸ ਨੂੰ ਸਾਰੇ ਪਾਸਿਓਂ ਨਿਰਾਸਤਾ ਹੋ ਚੁੱਕੀ ਸੀ ਤੇ ਗੁਰੂ ਕਿਰਪਾ ਦੁਆਰਾ ਸੋ ਉਹ ਦੁਆਰਾ ਅਰੋਗ ਹੋ ਗਿਆ। ਇਹਨਾਂ ਬਚਨਾਂ ਨੇ ਇਸ ਦੁਖੀ ਦੇ ਮਨ ਤੇ ਬਹੁਤ ਗਹਿਰਾ ਅਸਰ ਕੀਤਾ, ਕਿਉਂਕਿ ਇਹਦੇ ਵੀ ਸਾਰੇ ਆਸਰੇ ਛੁੱਟ ਚੁੱਕੇ ਸਨ। ਜਾਂ ਕੋ ਮੁਸ਼ਕਲ ਅੱਤ ਬਣੇ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਖ ਪੇ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤਤੀ ਵਾਓ। ਹਜ਼ੂਰ ਦੀ ਮਿਹਰਾਂ ਭਰੀ ਦ੍ਰਿਸ਼ਟੀ ਪੈ ਗਈ। ਤੀਸਰੇ ਦਿਨ ਵਾਪਸ ਘਰ ਲੈ ਆਏ। ਮੰਜੇ ਤੇ ਪਿਆ ਦੱਸੇ ਹੋਏ ਸ਼ਬਦ ਦਾ ਜਾਪ ਕਰ ਰਿਹਾ ਹੈ। ਸੰਤ ਜੀ ਮਹਾਰਾਜ ਦੇ ਦਰਸ਼ਨ ਕਰਨ ਤੋਂ ਬਾਅਦ 21ਵੇਂ ਦਿਨ ਲੰਮੇ ਪਿਆਂ ਇਸ ਨੂੰ ਆਪਣੀ ਹੀ ਪਿੱਠ ਦੀ ਹੱਡੀ ਜਿਹੜੀ ਟੁੱਟੀ ਹੋਈ ਜੁੜ ਗਈ ਪ੍ਰਤੀਤ ਹੋਈ। ਪਹਿਲਾਂ ਪੈਰ ਦਾ ਅੰਗੂਠਾ ਹਿੱਲਿਆ, ਫਿਰ ਸਾਰਾ ਪੈਰ ਹਿਲਾਉਣ ਲੱਗਾ। ਅਖੀਰ ਆਪਣੇ ਆਪ ਲੱਤ ਇਕੱਠੀ ਕਰ ਲਈ, ਦੂਸਰੀ ਲੱਤ ਵੀ ਇਕੱਠੀ ਹੋ ਗਈ, ਕਿਰਿਆ ਵੀ ਜਾਣ ਲੱਗ ਪਿਆ। ਅੱਜ ਹੋਰ ਕੱਲ੍ਹ ਹੋਰ, ਕੰਧ ਨੂੰ ਹੱਥ ਪਾ ਕੇ ਆਪ ਖੜਾ ਹੋਣ ਲੱਗ ਪਿਆ, ਫਿਰ ਤੁਰਨ ਲੱਗ ਪਿਆ। ਇਉਂ 1 ਹਫ਼ਤੇ ਦੇ ਵਿੱਚ ਬਿਲਕੁਲ ਠੀਕ ਹੋ ਗਿਆ। ਬਾਅਦ ਵਿੱਚ ਇਹ ਭਰਾਵਾਂ ਨਾਲ ਹਜ਼ੂਰ ਦੇ ਚਰਨਾਂ ਵਿੱਚ ਆਪ ਤੁਰ ਕੇ ਗਿਆ, ਦਰਸ਼ਨ ਕੀਤੇ, ਨਮਸਕਾਰ ਕਰਕੇ ਸਾਰੀ ਵਾਰਤਾ ਦੱਸੀ
ਅਤੇ ਸੰਤ ਜੀ ਮਹਾਰਾਜ ਤੋਂ ਸਮਾਂ ਲੈ ਕੇ ਘਰ ਵਿੱਚ ਅਖੰਡ ਪਾਠ ਰਖਵਾਇਆ। ਇਹ ਪ੍ਰਤੱਖ ਕਰਾਮਾਤ ਵੇਖ ਕੇ ਨਗਰ ਨਿਵਾਸੀ ਤੇ ਹੋਰ ਵੀ ਪ੍ਰੇਮੀਆਂ ਨੂੰ ਬੇਅੰਤ ਸ਼ਰਧਾ ਹੋ ਗਈ। ਕਾਮਲ ਫਕੀਰ ਨੇ ਕੱਚ ਤੋਂ ਕੰਚਨ ਅਤੇ ਮਨੂਰ ਲੋਹੇ ਤੋਂ ਲਾਲ ਬਣਾ ਦਿੱਤਾ। खुदा मंजूर करता है दुआ जो दिल से होती है, मुश्किल तो यह है कि दुआ मुश्किल से होती है। करमसर की पावन धरती तो 1.5 मीलों के फासले ते हांस नगर है। कसूर शहर का वासी सैयद जाति का मुसलमान मिस्टर यू करामात, जो सरकार वालों 5 ਜ਼ਿਲ੍ਹਿਆਂ के स्कूलों का इंस्पैक्टर लगा सी, 1939 ईस्वी के दसंबर महीने 10ਵੇਂ पातशाह महाराज के अवतार दिहाड़े ते इत्थे आया। इस दी बुटाहरी वाले डॉक्टर प्रीतम सिंह नाल चंगी वाकफियत सी। सो एक रात महाराज कीर्तन कर रहे सी। हजूर दा मिठा गला सुरीली सुर बिना लाउड स्पीकर तो कोहां तक सहज ही आवाज़ पुज रही सी। इस दे कन्नी आवाज़ पई। स्कूल दे मास्टर जो पहीड़ पिंड तो सोमनाथ ब्राह्मण सी, उन्होंने पूछया कि आवाज़ कित्थों आ रही है। उसने सारी वारता दसी कि इत्थे नज़दीक ही पूर्ण ब्रह्म ज्ञानी बीतराग महापुरुषों का स्थान है, वो गुरबाणी का कीर्तन करते हैं। ये परमार्थी पांधी शांति का चाहवान ते कई मत मतांतरां दे महापुरुषों नूं मिल चुका सी, पर अजे तक अमोलक वस्तु जिसका गाहक सी वो नहीं सी लभी। दूसरे दिन सोमनाथ नूं नाल लैके सवखते ही करमसर की धरती ते आण के महापुरुषों का दीदार किया। मन नूं कुछ ठंड जापी। पहला छोटे संत जी महाराज के पास गया। उन्होंने कहा जेकर कोई परमार्थी बचन कहना है फिर किसी समय वड्डे संतां पास आ जावी। उन्हीं दिनी संत जी महाराज का मौन रखा होया सी। वैसे भी महाराज बहुत घट अते केवल परमार्थी बचना वास्ते ही बोलते सन। इसने छोटे संत जी नूं कहा कि मैं सिर्फ दर्शन ही करने हैं, बचन कोई नहीं करांगा। आप जी मेरे ते किरपा कर दिओ। उस समय हजूर के चरणों में बाबा इंदर सिंह जी गड़बई सेवा ते सन। उन्हां राही महापुरुषों के कोल इन्हां नूं भेजिया गया। आसा दी वार दी कीर्तन के समाप्ति उपरंत संत महाराज सवेर के समय मोनिया वाली लाइन विच जो छपरियां बणियां सन, जिन्हां दा नाम पंचवटी करके प्रसिद्ध सी। ये जगह पंचवटी वांग बड़ी रमणीक ते एकांत सी। उन्हां विच महाराज रहायश रखते सन, क्योंकि अजे भोरा साहब तैयार नहीं सी होया। आप छपरी तो बाहर सफ विछा के धुप्पे बैठे आत्मक आनंद दे विच लीन सन। भाई इंदर सिंह ने अर्ज की, गरीब नवाज छोटे संतां ने दर्शनां वास्ते एक प्रेमी नूं भेजिया है। वो कहता है मैं वचन नहीं करांगा, केवल दर्शन ही करने हैं। महाराज जी कहन लगे कि रात के 9 बजे तो लैके सवेर के 6 बजे तक 9 घंटे उच्ची सुर नाल कीर्तन किया है। हुण कुछ समा आराम करन दा ख्याल सी। कोई नहीं भाई चंगा बुला लियाओ। हजूर की आग्या पा के वो कोल आ गया। भावना नाल चरनां ते सीस रख के सिजदा किया। सन्मुख बैठ के नेत्रां द्वारा दर्शना रूपी अमृतपान किया। कुछ समय बाद हजूर दे इशारे नाल सेवादार ने जाण वास्ते आख्या। उसने अर्ज की पीर जी का कुछ चिर होर दर्शन कर लैण दिओ। काफ़ी समा पास बैठा रहा। तपदे हिरदे नूं ठंड महसूस हुई। इहो जही शांति नूं कौन छड्ड सकदा है। जिस दी भाल वास्ते चक्रवर्ती बादशाह भी तख्तां ताजां नूं त्याग के जंगलों की खाक छाणदा फिरे। मन विच कई संकल्प कीते भी आ पुछां, इउं बेनती करां,
ਪਰ ਹੁਣ ਅੱਗਿਓਂ ਬੋਲਣ ਦੀ ਤਾਂ ਆਗਿਆ ਨਹੀਂ ਸੀ। ਸ੍ਰੀ ਹਜ਼ੂਰ ਦੀ ਚੁੱਪ ਤੋਂ ਸੰਕੋਚ ਕਰਦਾ ਸੀ। ਸੋ ਬੈਠਾ ਰਿਹਾ, ਮਨ ਵਿੱਚ ਅਰਦਾਸਾਂ ਬੇਨਤੀਆਂ ਕਰ ਰਿਹਾ ਸੀ। ਅਖੀਰ ਨੂੰ ਇਸ ਦੇ ਮਨ ਦੀ ਸ਼ਰਧਾ ਭਾਵਨਾ ਦੇਖ ਕੇ, ਇਹ ਸੋਚ ਕੇ ਕਿ ਪ੍ਰੇਮ ਦੇ ਵਿੱਚ ਨੇਮ ਨਹੀਂ ਨਿਭਿਆ ਕਰਦੇ, ਕਿਰਪਾ ਦੇ ਘਰ ਵਿੱਚ ਆ ਕੇ ਇਸ਼ਾਰੇ ਮਾਤਰ ਕਿਹਾ, ਦੱਸੋ ਕੀ ਗੱਲ ਹੈ, 1-2 ਮਿੰਟ ਬਚਨ ਕਰ ਲਓ। ਇਹਨੇ ਹੱਥ ਜੋੜ ਕੇ ਅਰਜ਼ ਕੀਤੀ, ਪੀਰ ਜੀ, ਮੈਂ ਰੋਜ਼ 5 ਵਕਤ ਨਮਾਜ਼ ਵੀ ਪੜ੍ਹਦਾ ਹਾਂ, ਰੋਜ਼ੇ ਵੀ ਰੱਖਦਾ ਹਾਂ, ਥੋੜ੍ਹਾ ਬਹੁਤਾ ਹੋਰ ਵੀ ਆਪਣੇ ਮਤ ਅਨੁਸਾਰ ਕੁਰਾਨ ਦੀਆਂ ਆਇਤਾਂ ਦਾ ਪਾਠ ਕਰਦਾ ਹਾਂ, ਪਰ ਮਨ ਨੂੰ ਸ਼ਾਂਤੀ ਨਹੀਂ ਆਈ। ਆਪ ਕਿਰਪਾ ਕਰਕੇ ਦੱਸੋ ਕਿ ਇਸ ਜੀਵ ਦਾ ਛੁਟਕਾਰਾ ਕਿਵੇਂ ਹੋਵੇ। ਗਰੀਬ ਨਵਾਜ਼ ਕਹਿਣ ਲੱਗੇ ਕਿ ਪਹਿਲਾਂ ਇਹ ਦੱਸੋ ਤੁਹਾਡਾ ਮੁਰਸ਼ਿਦ ਕੌਣ ਹੈ। ਇਸ ਨੇ ਕਿਹਾ, ਮਹਾਰਾਜ, ਮੈਂ ਅਜੇ ਤੱਕ ਕਿਸੇ ਨੂੰ ਮੁਰਸ਼ਿਦ ਧਾਰਨ ਨਹੀਂ ਕੀਤਾ, ਕਿ ਨਾ ਹੀ ਮੇਰੇ ਮਨ ਦੇ ਵਿੱਚ ਨਿਸ਼ਚਾ ਹੀ ਹੈ। ਜੇਕਰ ਮਨੁੱਖ ਨੇਕ ਕਰਮ ਕਰੇ, ਬਦਅਮਲਾਂ ਤੋਂ ਬਚਿਆ ਰਹੇ, ਫਿਰ ਮੁਰਸ਼ਿਦ ਦੀ ਕੀ ਲੋੜ ਹੈ। ਜੋ ਕੰਮ ਮੁਰਸ਼ਿਦ ਨੇ ਗ੍ਰਹਿਣ ਕਰਨਾ ਤੇ ਤਿਆਗਣਾ ਦੱਸਣਾ ਹੈ, ਉਹਨਾਂ ਤੇ ਉਹ ਪਹਿਲਾਂ ਹੀ ਕਾਇਮ ਹੋਵੇ, ਫਿਰ ਗੁਰੂ ਦੀ ਕੀ ਲੋੜ ਹੈ। ਸੰਤ ਜੀ ਮਹਾਰਾਜ ਕਹਿਣ ਲੱਗੇ ਕਿ ਭਾਵੇਂ ਮਨੁੱਖ ਦੇ ਵੀ ਕਿਤਨੇ ਵੀ ਚੰਗੇ ਕਰਮ ਹੋਣ, ਕਿਤਨੇ ਵੀ ਨੇਕੀ ਦੇ ਕੰਮ ਕਰੇ, ਪਰ ਫਿਰ ਵੀ ਗੁਰੂ ਧਾਰਨਾ ਬਹੁਤ ਜ਼ਰੂਰੀ ਹੈ। ਨੇਕ ਅਮਲਾਂ ਦੇ ਕੀਤਿਆਂ ਗੁਰੂ ਤੋਂ ਬਿਨਾਂ ਜੀਵ ਦੀ ਕਲਿਆਣ ਹੋ ਹੀ ਨਹੀਂ ਸਕਦੀ। ਗੁਰੂ ਪੀਰਾਂ ਦੀ ਸ਼ਰਨ ਦੁਆਰਾ ਹੀ ਜੀਵ ਦਾ ਭਲਾ ਹੋ ਸਕਦਾ ਹੈ। ਦੇਖੋ ਬਾਬਾ ਫਰੀਦ ਜੀ 36 ਸਾਲ ਕਠਨ ਤਪ ਕੀਤਾ, ਫਿਰ ਵੀ ਮੁਰਸ਼ਿਦ ਦੀ ਸ਼ਰਨ ਤੋਂ ਬਗੈਰ ਮਨ ਦੀ ਸ਼ਾਂਤੀ ਤੇ ਬ੍ਰਹਮ ਗਿਆਨ ਨਹੀਂ ਹੋ ਸਕਿਆ। ਕੁਰਾਨ ਦੇ ਵਿੱਚ ਵੀ ਮੁਰਸ਼ਿਦ ਦੀ ਪ੍ਰਾਪਤੀ ਲਾਜ਼ਮੀ ਕਥਨ ਕੀਤੀ ਹੈ। ਗੁਰਬਾਣੀ ਵਿੱਚ ਲਿਖਿਆ ਹੈ, ਬਿਨ ਗੁਰ ਮੁਕਤ ਨਾ ਪਾਈਐ, ਨਾ ਦੁਬਦਾ ਪਾਇਆ ਜਾਏ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦੈ, ਵੇਦ ਵਿਆਸੈ ਕੋਏ। ਕਹੋ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰ ਮੁਕਤ ਨਾ ਪਾਈਐ ਭਾਈ। ਪਰ ਇਹਨਾਂ ਬਚਨਾਂ ਦਾ ਇਸ ਦੇ ਮਨ ਤੇ ਕੋਈ ਬਹੁਤਾ ਅਸਰ ਨਾ ਹੋਇਆ। ਸੰਤ ਜੀ ਮਹਾਰਾਜ ਨੇ ਇਸੇ ਗੱਲ ਤੇ ਬੜਾ ਜ਼ੋਰ ਦਿੱਤਾ ਕਿ ਗੁਰੂ ਬਿਨਾਂ ਮੁਕਤੀ ਨਹੀਂ ਹੋ ਸਕਦੀ। ਹੋਰ ਤਾਂ ਕੀ, ਨਿਗੁਰੇ ਬੰਦੇ ਨੂੰ ਤਾਂ ਅੱਗੇ ਮਨੁੱਖਾ ਦੇਹ ਵੀ ਨਹੀਂ ਮਿਲਦੀ। ਪੰਚਮ ਪਾਤਸ਼ਾਹ ਫਰਮਾਨ ਕਰਦੇ ਹਨ, ਗੁਰਮੰਤਰ ਹੀਣਸਿਆ ਜੋ ਪ੍ਰਾਣੀ, ਤਿਰਗੰਤ ਜਨਮ ਭ੍ਰਿਸ਼ਟਣੈ। ਕੂਕਰ ਹੈ, ਸ਼ੂਕਰ ਹੈ, ਗਰਦ ਬਹਿ, ਕਾਕ ਹੈ, ਸਰਪ ਨਹਿ ਤੁਲ ਖਲਹਿ। ਭਾਵ ਕਿ ਨਿਗੁਰਾ ਪੁਰਸ਼ ਬ੍ਰਹਿਮੰਡ ਦੀਆਂ ਮਾੜੀਆਂ ਤੋਂ ਮਾੜੀਆਂ ਜੂਨੀਆਂ ਧਾਰਨ ਕਰਦਾ ਹੈ। ਸਾਸਤ ਵੇਦ ਸਿਮਰਤ ਸਭ ਸੋਧੇ, ਸਭ ਏਕਾ ਬਾਤ ਪੁਕਾਰੀ। ਬਿਨ ਗੁਰ ਮੁਕਤ ਨਾ ਕੋ ਪਾਵੈ, ਮਨ ਵੇਖੋ ਕਰ ਵਿਚਾਰੀ। ਅਗਿਆਨ ਰੂਪੀ ਜਿੰਦਰਾ ਖੋਲਣ ਵਾਸਤੇ ਬ੍ਰਹਮ ਵਿਦਿਆ ਦੀ ਕੁੰਜੀ ਤਾਂ ਗੁਰੂ ਪਾਸ ਹੀ ਹੈ। ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ। ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨ ਕੁੰਜੀ ਹੱਥ। ਸਤਿਗੁਰ ਹੱਥ ਕੁੰਜੀ, ਹੋਰਤ ਦਰ ਖੁੱਲ੍ਹੈ ਨਾਹੀ। ਗੁਰ ਪੂਰੈ ਭਾਗ ਮਿਲਾਵਣਿਆ। ਗੁਰੂ ਤੋਂ ਬਿਨਾਂ ਪਰਮੇਸ਼ਰ ਦੀ ਭਗਤੀ ਹੋ ਨਹੀਂ ਸਕਦੀ। ਹੋਰ ਕਿਤੇ ਭਗਤ ਨਾ ਹੋਵਈ, ਬਿਨ ਸਤਿਗੁਰ ਕੇ ਉਪਦੇਸ਼। ਗੁਰੂ ਦੀ ਸ਼ਰਨ ਪਏ ਬਿਨਾ ਹਿਰਦੇ ਦਾ ਹੰਕਾਰ ਮਿਟਦਾ ਨਹੀਂ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ। ਗੁਰਬਾਣੀ ਤੋਂ ਇਲਾਵਾ ਹੋਰ ਵੀ ਸਾਰੇ ਧਰਮ ਗ੍ਰੰਥ ਇਹੀ ਦੱਸਦੇ ਹਨ ਕਿ ਗੁਰੂ ਤੋਂ ਬਿਨਾਂ ਜੀਵ ਦੀ ਮੁਕਤੀ ਤਾਂ ਹੋ ਹੀ ਨਹੀਂ ਸਕਦੀ। ਜਿਤਨੇ ਵੀ ਪੀਰ, ਪੈਗੰਬਰ, ਅਵਤਾਰ, ਸਤਿਪੁਰਸ਼, ਰਿਸ਼ੀ ਮੁਨੀ ਹੋਏ ਹਨ, ਉਹਨਾਂ ਸਭਨਾਂ ਨੇ ਗੁਰੂ ਧਾਰਨ ਕੀਤਾ ਹੈ। ਰਾਮਚੰਦਰ ਜੀ ਦੇ ਗੁਰੂ ਵਿਸ਼ੇਸ਼ਟ ਜੀ ਸਨ। ਯੋਗ ਵਿਸ਼ੇਸ਼ਟ ਗ੍ਰੰਥ ਦੁਆਰਾ ਰਾਮਚੰਦਰ ਜੀ ਨੂੰ ਉਹਨਾਂ ਨੇ ਉਪਦੇਸ਼ ਕੀਤਾ ਹੈ। ਕ੍ਰਿਸ਼ਨ ਜੀ ਮਹਾਰਾਜ ਦੇ ਵਿਦਿਆ ਗੁਰੂ ਸੰਦੀਪਨ ਜੀ, ਅਧਿਆਤਮਕ ਗੁਰੂ ਗਾਰਗ ਜੀ ਸਨ। ਸੋ ਇਸ ਤਰ੍ਹਾਂ ਨਾਲ
जो है गुरु धारण करना जरूरी है। कबीर जी ने रामानंद जी नूं, भगत नामदेव जी ने ज्ञानदेव जी नूं गुरु धारिया। सो इसे तरह हजरत ईसा जी पहला 30 साल काम करते रहे, फिर जाके यूहन्ना तो बपतिस्मा भाव गुरु दीख्या लैके पैगंबरी का दावा किया। सो इसी प्रकार होर भी महाराजियों ने बहुत प्रमाण दिते कि गुरु धारण किए तो बिना जो ज्ञान नहीं हो सकता, गुरु धारण करना जरूरी है। भाई गुरदास जी 36वीं वार दे विच बचन लिखते हैं, सिर तलवाया पाईए चम गिद्दड़ जूहे, मड़ी मसाणी जे मिले विच खुड्डां चूहे, मिले न वड्डी आरजा बिसियर विहलूहे, होए कुचील वरतीए खर सूर पसूहे, कंद मूल चित लाइए अड़ीअड़ अईअड़ वन धूहे, विण गुरमुक्त न होवई ज्यों घर विण बूहे, मिले जे तीर्थ नात्या डड्डां जल वासी, वाल वधाया पाईए बड़ जटां पलासी, नंगे रहिया जे मिले वण मिर्ग उदासी, भस्म लाए जे पाईए खरखे निवासी, जे पाईए चुप कीतियां पशुआं जड़ हासी, विण गुरमुक्त न होवई गुर मिले खलासी। जड़ी बूटी जे जीविए क्यों मरै तनंतर, तंत मंत बाजीगरां ओए भवैद संतर, रुखी बिरखी पाईए काष्ट बैसंतर, मिले ना वीरा राध कर ठग चोर न अंतर, मिले न राती जागियां अपराध भवंतर, विण गुरमुक्त न होवई गुरमुख अमरंतर। सतगुर साहिब छड़ कै मनमुख होए बंदे दा बंदा, हुक्मी बंदा होए कै नित उठ जाए सलाम करंदा, आठ पैर हाथ जोड़ कै होए हजूरी खड़ा रहंदा, नींद न भुख न सुख तिस सूली चढ़िया रह डरंदा, पानी पाला धुप छाऊं सिर उत्ते झल दुख सहंदा, आतस बाजी सार वेख रण अंदर घायल होए मरंदा, गुर पूरे विण जून पवंदा। सो इस प्रकार कई प्रमाण विचार सागर दे महाराज ने दिते। हिंदुआं उठदी दलील काशी जावने दी, लुटिया है अखियां बन के उचक्कियां, मुसलमान बंदियों मुकाया दिलों मुक दिए, मुक्ति ना मूल लखां वार जाया मक्कियां, पंज कक्के धार के ना पंज बैरी वस कीते, गुरु दिया सिखां लाज लावणी की कक्कियां, कालीदास सुख नहीं नाम तो बिहूणियां नूं, गुरु तो बगैर लोग खामदे ने धक्कियां। सो इसी प्रकार पढ़े के ना बैठियो पास अखर ना वाच सके, बिन ही पढ़े ते कैसे आवत है फारसी, जौहरी के मिले बिन परख ना जाने को, हाथ नग लिए फिर संशय हूँ न टारसी, वैद हूँ न मिल्यो कोई बूटी को बताए देत, भेद पाए बिन वाके औखदी है शारसी, सुंदर कहत मुख रंच हूँ न देखियो जाए, गुरु बिन ज्ञान ज्यों अंधेरे में आरसी। सो इस प्रकार गुरु तो सेवा कीतियां दात मिलती है। बुल्ले शाह नूं सैयद अनायत शाह अराई दे पास मुरशद धारण करन जाना पिया। वो गंढियां दी पनीरी लगा रहा सी। हुण ये सैयद ते वो अराई ते जाके जदों बेनती की साईं जी किरपा करो, तो उन्होंने कहा बुल्लिया रब दा की पाउणा, इधरों पटना उधर लाउणा, जिवें मैं गंढे पट के दूजी जगह लगा रहा, इसे तरह अपने मन नूं संसार वालों हटा के परमेश्वर वाल जोड़ लै। इस तरह उपदेश किया, नदर पाई, बुल्ले शाह नूं ज्ञान हो गया। बुल्ले शाह दे पास बहुत सारे सेवक बैठे सन। पीर जी जदों बुल्ले शाह नूं मिलण गए तो बुल्ले शाह ने सोचा मैं सैयद हाँ, ये अराई है, सो जे मैं उठिया तो मेरा घटा है, मैं सैयद हाँ। सो पीर अनायत शाह इस दे मन की गल नूं बुझ गए, उत्थों ही वापस मुड़िया है।
ਘਰ ਆ ਕੇ ਰੋਟੀ ਖਾਣ ਲੱਗੇ ਤੇ ਪਾਣੀ ਦੀ ਕੁਰਲੀ ਭਰ ਕੇ ਜ਼ੋਰ ਨਾਲ ਕੰਧ ਤੇ ਮਾਰੀ, ਲੈ ਬੁੱਲਿਆ ਤੂੰ ਸੈਯਦ ਆਪਣੇ ਘਰ, ਅਸੀਂ ਅਰਾਈ ਆਪਣੇ ਘਰ। ਇਉਂ ਕਹਿ ਕੇ ਸਾਰੀ ਤਾਕਤ ਖਿੱਚ ਲਈ। ਉਸ ਸਮੇਂ ਫਿਰ ਬੁੱਲੇ ਸ਼ਾਹ ਦੇ ਅੰਦਰਲੇ ਨੇਤਰ ਬੰਦ ਹੋ ਗਏ। ਬੜਾ ਪਛਤਾਤਾਪ ਕੀਤਾ। 12 ਸਾਲ ਬੇਸਵਾ ਦੇ ਹੁੱਕੇ ਭਰ ਕੇ ਉਹਦੇ ਕੋਲੋਂ ਨਾਚ ਗਾਣਾ ਸਿੱਖਿਆ। ਫਿਰ ਅਨਾਇਤ ਸ਼ਾਹ ਦੇ ਸਾਹਮਣੇ ਜਾ ਕੇ ਨਾਚ ਕੀਤਾ। ਕਿੰਨਾ ਚਿਰ ਨੱਚਦਾ ਰਿਹਾ। ਪ੍ਰਸੰਨ ਹੋ ਕੇ ਆਪਣੇ ਗਲ ਨਾਲ ਲਾ ਕੇ ਅਨਾਇਤ ਸ਼ਾਹ ਬੋਲਿਆ, ਜੋ ਦਰ ਉੱਪਰ ਪੜ ਰਹੇ ਧੱਕੇ ਧਨੀ ਕੇ ਖਾਏ, ਇੱਕ ਦਿਨ ਫੇਰ ਨਿਵਾਜ ਸੀ ਜੋ ਦਰ ਛੋੜ ਨਾ ਜਾਏ। ਲੈ ਬੁੱਲਿਆ ਮਿਲ ਤਾਂ ਗਈ ਤੈਨੂੰ, ਪਰ ਅੱਗੇ ਤੋਂ ਤੇਰੀ ਖਾਨਦਾਨੀ ਨਹੀਂ ਚੱਲੇਗੀ। ਸੋ ਇਸ ਪ੍ਰਕਾਰ ਕਾਮਲ ਮੁਰਸ਼ਦ ਦੀ ਕੀ ਲੋੜ ਹੈ, ਉਸ ਦੇ ਸੰਬੰਧ ਵਿੱਚ ਇਸ ਦੇ ਨਾਲ ਮਹਾਰਾਜ ਜੀਆਂ ਨੇ ਹੋਰ ਵੀ ਬਹੁਤ ਵਿਚਾਰਾਂ ਕੀਤੀਆਂ। ਇਸ ਦਾ ਮਨ ਕਿਵੇਂ ਬਦਲਿਆ, ਕਿਵੇਂ ਇਸ ਨੇ ਫਿਰ ਮੁਰਸ਼ਦ ਤੇ ਕਿਸ ਨੂੰ ਧਾਰਨ ਕੀਤਾ, ਉਹ ਵਿਚਾਰਾਂ ਆਪਾਂ ਹੁਣ ਅਗਲੇ ਭਾਗ ਦੇ ਵਿੱਚ ਕਰਾਂਗੇ। ਗੁਰੂ ਕਿਰਪਾ ਕਰੇ ਮਹਾਂਪੁਰਸ਼ਾਂ ਦੇ ਜੀਵਨ ਦੀਆਂ ਇਹ ਬ੍ਰਹਮ ਵਿਚਾਰਾਂ ਸਾਡੇ ਹਿਰਦੇ ਵਿੱਚ ਵਸਣ ਤੇ ਬਹੁਤ ਪਿਆਰਾਂ ਦੇ ਨਾਲ ਮਹਾਂਪੁਰਸ਼ਾਂ ਦੀ ਹੋਂਦ ਨੂੰ, ਮਹਾਂਪੁਰਸ਼ਾਂ ਦੀ ਹਾਜ਼ਰੀ ਨੂੰ ਮਹਿਸੂਸ ਕਰਦਿਆਂ ਹੋਇਆਂ ਉਹਨਾਂ ਦੇ ਪਿਆਰ ਦੇ ਵਿੱਚ ਆਪਾਂ ਇਹ ਮਹਾਂਪੁਰਸ਼ਾਂ ਦਾ ਪਾਵਨ ਜੀਵਨ ਸਰਵਣ ਕਰਿਆ ਕਰੀਏ ਜੀ। ਆਪ ਸਾਰੀ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।